ਹੈਲੋ एवरीवन दिस इज़ द यूट्यूब चैनल सिमरन एडूकॉम। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ। ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਪੀਟੈਟ ਨਾਲ ਸੰਬੰਧਿਤ ਜਿਹੜੇ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਆ ਉਹਨਾਂ ਨੂੰ ਆਪਾਂ ਹੱਲ ਕਰਦੇ ਹਾਂ ਵਿਦ देयर ਆਨਸਰਸ ਐਂਡ ਐਕਸਪਲੇਨੇਸ਼ਨਸ। ਤਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਸਾਲ 2016 ਦਾ ਜਿਹੜਾ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਆਇਆ ਸੀਗਾ ਉਹਦਾ ਚਾਈਲਡ ਡਿਵੈਲਪਮੈਂਟ ਤੇ ਪੈਡਾਗੋਗੀ ਵਾਲਾ ਪਾਰਟ ਸੋਲਵ ਕਰਾਂਗੇ। ਇਸ ਤੋਂ ਇਲਾਵਾ ਤੁਹਾਨੂੰ 2021 2020 ਤੇ 2018 ਦਾ ਜਿਹੜਾ ਪੇਪਰ ਹੈ ਸੋਲਵ ਕੀਤਾ ਹੋਇਆ ਇਸ ਚੈਨਲ ਦੇ ਉੱਪਰ ਮਿਲ ਜਾਏਗਾ। ਤਾਂ ਇਸ ਕਰਕੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਹੋਰ ਵੀ ਨੋਟੀਫਿਕੇਸ਼ਨ ਹੋਰ ਕੁਐਸਚਨ ਪੇਪਰ ਜਿਹੜੇ ਸੋਲਵ ਕੀਤੇ ਹੋਏ ਆ ਤੁਹਾਡੇ ਤੱਕ ਪਹੁੰਚਦੇ ਹੋ ਜਾਣਗੇ। ਤਾਂ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਜਿਹੜਾ ਕੁਐਸਚਨ ਪੇਪਰ ਉਸ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ। ਪਹਿਲਾ ਕੁਐਸਚਨ ਕੀ ਆਪਣੇ ਕੋਲ ਦਿੱਤਾ ਹੋਇਆ, ਕਹਿੰਦਾ a very pleasant students who seems to work hard and create little problem may be given the benefits of doubts whereas a troubling students who create trouble in the class may be given a longer grade. This is an example of ਕਹਿੰਦਾ ਕਿ ਇੱਕ ਬੱਚਾ ਜਿਹੜਾ ਖੁਸ਼ਮਿਜ਼ਾਜ ਲੱਗਦਾ ਹੈ, ਜਮਾਤ ਵਿੱਚ ਘੱਟ ਪਰੇਸ਼ਾਨੀ ਪੈਦਾ ਕਰਦਾ, ਲੱਗਦਾ ਵੀ ਉਹ ਮਿਹਨਤੀ ਹੈ, ਤਾਂ ਉਹਨੂੰ ਕੀ ਲਾਭ ਹੋਊਗਾ ਕਿ ਉਹਨੂੰ ਵਧੀਆ ਗ੍ਰੇਡ ਮਿਲਣੇ ਚਾਹੀਦੇ ਆ। ਪਰ ਦੂਜਾ ਕਿ ਇੱਕ ਸ਼ਰਾਰਤੀ ਬੱਚਾ ਜੋ ਪਰੇਸ਼ਾਨੀ ਪੈਦਾ ਕਰਦਾ ਆ ਤਾਂ ਉਸ ਨੂੰ ਉਹ ਘੱਟ ਗ੍ਰੇਡ ਆਪਾਂ ਕਹਾਂਗੇ ਕਿ ਮਿਲਣਗੇ। ਤਾਂ ਇਹ ਕੀ ਹੈ, ਜਿਹੜੀ ਇਹ ਐਗਜ਼ਾਮਪਲ ਇਹ ਕਾਹਦੀ ਆ? ਤਾਂ ਥੱਲੇ ਆਪਣੇ ਕੋਲ 4 ਆਪਸ਼ਨਸ ਨੇ ਦਿੱਤੀਆਂ ਹੋਈਆਂ। ਪਹਿਲੇ ਨੰਬਰ 'ਤੇ ਕੀ ਆ? ਐਕਸਪੈਕਟੈਂਸੀ ਥਿਊਰੀ ਆ, ਨਿਮੋਨਿਕ ਆ, ਜਾਂ ਟੀਚਰਸ ਦੀ ਕੰਡੀਸ਼ਨ 'ਤੇ ਡਿਪੈਂਡ ਕਰੂਗਾ, ਜਾਂ ਹੈਲੋ ਇਫੈਕਟ ਆ। ਤਾਂ ਜੇ ਆਪਾਂ ਇਹਨਾਂ ਚਾਰੇ ਆਪਸ਼ਨਾਂ ਵਿੱਚ ਪਹਿਲੀ ਆਪਸ਼ਨ ਦੇਖੀਏ ਤਾਂ ਪਹਿਲੀ ਆਪਸ਼ਨ ਹੈ ਕੀ ਆ? ਐਕਸਪੈਕਟੈਂਸੀ ਥਿਊਰੀ ਹੈ। ਐਕਸਪੈਕਟੈਂਸੀ ਥਿਊਰੀ ਹੁੰਦੀ ਕੀ ਹੈ? ਇਟਸ ਏ ਮੋਟੀਵੇਸ਼ਨਲ ਥਿਊਰੀ ਹੈ, ਇੱਕ ਮੋਟੀਵੇਸ਼ਨ ਥਿਊਰੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਇਹ ਥਿਊਰੀ ਇਹ ਕਹਿੰਦੀ ਹੈ ਕਿ ਕੋਈ ਵੀ ਆਪਣਾ ਬਿਹੇਵੀਅਰ ਉਸ ਤਰੀਕੇ ਨਾਲ ਚੂਜ਼ ਕਰਦਾ ਹੈ ਕਿ ਉਹਦਾ ਰਿਜ਼ਲਟ ਕੀ ਹੋਊਗਾ। ਤਾਂ ਜਿਵੇਂ ਕੋਈ ਇਹ ਸੋਚਦਾ ਕਿ ਮੈਂ ਹਾਰਡ ਵਰਕ ਕਰਦਾ ਕਿ ਮੈਨੂੰ ਇਹਦਾ ਰਿਵਾਰਡ ਮਿਲੂਗਾ ਜਾਂ ਮੈਂ ਇਹ ਗੋਲ ਨੂੰ ਅਚੀਵ ਕਰ ਲੂੰਗਾ, ਤਾਂ ਇਸ ਐਗਜ਼ਾਮਪਲ ਦੇ ਵਿੱਚ ਇਹੋ ਜਿਹੀ ਬੱਚੇ ਦੇ ਮਨ ਦੇ ਵਿੱਚ ਨਹੀਂ ਹੁੰਦੀ, ਬਹੁਤ ਘੱਟ ਹੁੰਦੀ ਹੈ। ਬਟ ਆਪਾਂ ਇਹਨੂੰ ਪ੍ਰੋਪਰ ਐਗਜ਼ਾਮਪਲ ਨਹੀਂ ਕਹਿ ਸਕਦੇ, ਇਹਦੀ ਜਿਹੜੀ ਐਗਜ਼ਾਮਪਲ ਨਹੀਂ। ਦੂਸਰੇ ਨੰਬਰ 'ਤੇ ਕੀ ਹੈ? ਨਿਮੋਨਿਕਸ ਆ। ਨਿਮੋਨਿਕਸ ਕੁਛ ਵੀ ਨਹੀਂ, ਇੱਕ ਗ੍ਰੀਕ ਵਰਡ ਹੈ, ਇਹਦਾ ਮਤਲਬ ਹੁੰਦਾ ਕਿਸੇ ਨੂੰ ਆਪਾਂ ਯਾਦ ਰੱਖਣ ਦਾ, ਐਡ ਟੂ ਮੈਮਰੀ ਹੈ ਇਹਦਾ ਮੀਨਿੰਗ। ਵੀ ਆਪਾਂ ਕਿਸੇ ਨੂੰ ਯਾਦ ਕਿਵੇਂ, ਕਈ ਵਾਰੀ ਆਪਣੇ ਕੋਲ ਕੋਈ ਵਰਡ ਆਉਂਦਾ ਉਹਦਾ ਮੀਨਿੰਗ ਭੁੱਲ ਜਾਂਦੇ ਹਾਂ ਆਪਾਂ, ਤਾਂ ਉਹ ਵਰਡ ਦੇ ਪਾਰਟਸ ਬਣਾ ਲੈਂਦੇ ਹਾਂ ਵੀ ਇਸ ਤਰ੍ਹਾਂ ਕਰਕੇ ਇਸ ਤੋਂ ਆਪਾਂ ਇਹਨੂੰ ਯਾਦ ਕਰ ਲਾਂਗੇ। ਤਾਂ ਇਹ ਵੀ ਨਹੀਂ। ਥਰਡ ਆ ਕਿ ਟੀਚਰ ਦੀ ਕੰਡੀਸ਼ਨ 'ਤੇ, ਜ਼ਰੂਰੀ ਨਹੀਂ ਕਿ ਟੀਚਰ ਦੀ ਕੰਡੀਸ਼ਨ ਹੈ ਕਿ ਟੀਚਰ ਹੀ ਸਮਝੂਗਾ ਕਿ ਇਹਨੂੰ ਆਪਾਂ ਵਧੀਆ, ਕੋਈ ਟੀਚਰ ਨਹੀਂ ਵਧੀਆ ਮਾਰਕਸ ਨਹੀਂ ਵੀ ਦਿੰਦਾ, ਉਹਨੂੰ ਵਧੀਆ ਗ੍ਰੇਡ ਨਹੀਂ ਵੀ ਦਿੰਦਾ, ਕੋਈ ਦੇ ਦਿੰਦਾ। ਜਦ ਕਿ ਚੌਥਾ ਆਪਣੇ ਕੋਲ ਆ ਗਿਆ ਹੈਲੋ ਇਫੈਕਟ। ਹੈਲੋ ਇਫੈਕਟ ਕੀ ਹੁੰਦਾ? ਉਹ ਕੀ ਹੁੰਦਾ? ਉਹ ਇਹਦਾ ਮਤਲਬ ਹੈਲੋ ਇਫੈਕਟ ਦਾ ਕਿ ਕੋਈ ਵੀ ਆਦਮੀ ਜਾਂ ਕੋਈ ਬੱਚਾ ਜਾਂ ਕੋਈ ਇੰਡੀਵਿਜੂਅਲ ਹੈ, ਅਗਰ ਉਹ ਇੱਕ ਏਰੀਏ ਦੇ ਵਿੱਚ ਵਧੀਆ ਕੰਮ ਕਰਦਾ ਤਾਂ ਆਪਾਂ ਮੰਨ ਲੈਂਦੇ ਹਾਂ ਵੀ ਉਹ ਦੂਜੇ ਏਰੀਏ ਦੇ ਵਿੱਚ ਵੀ, ਹੋਰ ਖੇਤਰ ਦੇ ਵਿੱਚ ਵੀ ਕੰਮ ਵਧੀਆ ਕਰੂਗਾ। ਠੀਕ ਹੈ, ਇੱਕ ਪੋਜ਼ਿਟਿਵ ਇੰਪ੍ਰੈਸ਼ਨ ਹੁੰਦਾ ਕਿਸੇ ਪਰਸਨ ਦਾ। ਠੀਕ ਹੈ, ਜੇ ਆਪਾਂ ਕਹਿ ਦਈਏ ਕਿ ਉਹ ਇਸ ਏਰੀਏ ਦੇ ਵਿੱਚ ਜਾਂ ਇਸ ਕੰਮ ਦੇ ਵਿੱਚ, ਜਿਵੇਂ ਆਪਾਂ ਕਹਿ ਦਿੰਦੇ ਕਿ ਇੱਕ ਬੱਚੇ ਇੱਕ ਸਬਜੈਕਟ 'ਚੋਂ ਨਹੀਂ ਸਾਰੇ ਸਬਜੈਕਟਾਂ 'ਚੋਂ ਵਧੀਆ ਹੋਊਗਾ, ਜਿਹੜਾ ਇੱਕ 'ਚੋਂ ਵੀਕ ਆ ਤਾਂ ਜ਼ਿਆਦਾਤਰ ਉਹ ਬਾਹਲੇ ਸਬਜੈਕਟਾਂ 'ਚੋਂ ਵੀਕ ਹੀ ਹੁੰਦਾ। ਤਾਂ ਇਹ ਜਿਹੜੀ ਹੈ ਇਹ ਆਪਣੇ ਕੋਲ ਹੈਲੋ ਇਫੈਕਟ ਆ, ਉਹਦੀ ਇੱਕ ਉਦਾਹਰਨ ਆ। ਤਾਂ ਇਸ ਦਾ ਆਨਸਰ ਕੀ ਆਏਗਾ? ਡੀ, ਯੋਗਤਾ ਦਾ ਪ੍ਰਭਾਵ, ਜਾਂ ਆਪਾਂ ਨੂੰ ਕੀ ਬੋਲਾਂਗੇ? ਹੈਲੋ ਇਫੈਕਟ। ਤਾਂ ਕੁਐਸਚਨ ਦੀ ਥੋੜੀ ਸਟੇਟਮੈਂਟ ਲੰਬੀ ਸੀਗੀ ਤਾਂ ਕਰਕੇ ਜ਼ਿਆਦਾ ਟਾਈਮ ਲੱਗਦਾ। ਨੈਕਸਟ ਕੁਐਸਚਨ ਨੰਬਰ 2 ਕੀ ਹੈ? ਅਕੋਰਡਿੰਗ ਟੂ ਕੋਲਬਰਗਸ ਥਿਊਰੀ ਆਫ ਮੋਰਲ ਰੀਜ਼ਨਿੰਗ। ਜਿਹੜਾ ਆਪਣੇ ਕੋਲ ਕੋਲਬਰਗ ਦੀ ਥਿਊਰੀ ਹੈ ਮੋਰਲ ਡਿਵੈਲਪਮੈਂਟ ਦੀ, ਉਹਦੇ ਅਕੋਰਡਿੰਗ ਆਪਣੇ ਕੋਲ ਕੀ ਹੈ? ਨੀਚੇ ਦਿੱਤੇ ਹੋਏ ਆ 4 ਆਪਸ਼ਨਾਂ ਦਿੱਤੀਆਂ ਹੋਈਆਂ, ਆਪਾਂ ਇਹਨੂੰ ਮੈਚ ਕਰਨਾ ਹੈ। ਤਾਂ ਪਹਿਲਾਂ ਕੋਲਬਰਗ ਦੀ ਥਿਊਰੀ ਦਾ ਤੁਹਾਨੂੰ, ਮੋਰਲ ਡਿਵੈਲਪਮੈਂਟ ਥਿਊਰੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੀਆਂ ਕਿੰਨੀਆਂ ਆਪਣੇ ਕੋਲ ਸਟੇਟਸ ਹੁੰਦੀਆਂ ਨੇ? 3 ਸਟੇਟਸ ਹੁੰਦੀਆਂ ਨੇ। ਕਿਹੜੀਆਂ 3 ਸਟੇਟਸ ਹੁੰਦੀਆਂ ਨੇ ਇਹਦੀਆਂ? ਜਿਵੇਂ ਆਪਣੇ ਕੋਲ ਪਹਿਲੀ ਆ ਜਾਂਦੀ ਹੈ ਪ੍ਰੀ ਮੋਰਲ, ਫਿਰ ਆ ਜਾਂਦੀ ਕਨਵੈਨਸ਼ਨਲ ਮੋਰਲ, ਔਰ ਫਿਰ ਆਪਣੇ ਕੋਲ ਕੀ ਆਉਂਦੀ ਹੈ? ਸੈਲਫ ਐਕਸੈਪਟਡ ਮੋਰਲ ਪ੍ਰਿੰਸੀਪਲ, ਜਿਹਨੂੰ ਆਪਾਂ ਕਈ ਵਾਰ ਪੋਸਟ ਕਨਵੈਨਸ਼ਨਲ ਵੀ ਬੋਲਦੇ ਆ। ਤਾਂ ਪ੍ਰੀ ਮੋਰਲ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਸੋਚਦਾ ਕਿ ਕੋਈ ਵੀ ਜਿਹੜੀ ਮੇਰੀ ਉਹਦੀ ਡਿਵੈਲਪਮੈਂਟ ਹੁੰਦੀ ਉਹ ਇਹ ਸੋਚ ਕੇ ਹੁੰਦੀ ਮੋਰਲ ਡਿਵੈਲਪਮੈਂਟ ਕਿ ਉਹਨੂੰ ਕੋਈ ਪਨਿਸ਼ਮੈਂਟ ਮਿਲੂਗੀ ਜਾਂ ਉਹਨੂੰ ਰਿਵਾਰਡ ਮਿਲੇ ਜਾਂ ਉਹਨੂੰ ਪਨਿਸ਼ਮੈਂਟ ਨਾ ਮਿਲੇ। ਠੀਕ ਹੈ, ਇਹ 4 ਤੋਂ 10 ਸਾਲ ਦੀ ਜਿਹੜੀ ਪਹਿਲੀ ਹੁੰਦੀ ਆ ਇਹ ਵਾਲੀ ਸਟੇਜ ਹੁੰਦੀ ਆ। ਸੈਕੰਡ ਸਟੇਜ ਹੁੰਦੀ ਜਿਹੜੀ ਕਨਵੈਨਸ਼ਨਲ ਮੋਰਲ ਡਿਵੈਲਪਮੈਂਟ ਦੀ ਸਟੇਜ ਹੁੰਦੀ ਉਹ ਹੁੰਦੀ 10 ਤੋਂ 13 ਸਾਲ ਤੱਕ। ਤਾਂ ਇਹਦੇ ਵਿੱਚ ਉਹ ਕੀ ਕਰਦਾ ਕਿ ਉਹ ਮੇਨਟੇਨ ਕਰਦਾ ਕਿ ਜਿਹੜੇ ਆਪਣੇ ਉਹਦੇ ਆਸੇ-ਪਾਸੇ ਜਿਹੜੇ ਉਹਦੇ ਨਾਲ ਸੰਬੰਧ, ਜਿਹੜੀ ਮਿਊਚੁਅਲ ਰਿਲੇਸ਼ਨਸ਼ਿਪ, ਜਿਹਨੂੰ ਆਪਾਂ ਕਹਿੰਦੇ ਕਿ ਦੂਜੇ ਜਿਹੜਾ ਕੰਮ ਕਰੇ ਇੱਕ ਦੂਜੇ ਨੂੰ ਸਹੀ ਕਹਿੰਦੇ ਆ ਤਾਂ ਕਰਕੇ ਉਹ ਕਰਦਾ ਹੈ, ਜਾਂ ਕਿਸੇ ਅਥਾਰਟੀ ਨੂੰ ਵਿੱਚ ਚੰਗਾ ਦਿਖਣ ਵਾਸਤੇ ਕਰਦਾ, ਉਹਨਾਂ ਅਥਾਰਟੀ ਦੀ ਜਿਹੜੀ ਆਪਾਂ ਕਹਿੰਦੇ ਨੇ ਕਿ ਉਹਨਾਂ ਦੀ ਕ੍ਰਿਟਿਸਿਜ਼ਮ ਜਾਂ ਉਸ ਅਥਾਰਟੀ ਤੋਂ ਅੱਗੇ ਸ਼ਾਬਾਸ਼ ਲੈਣ ਵਾਸਤੇ ਹੀ ਕਰਦਾ ਹੈ। ਅਤੇ ਤੀਜੀ ਆਪਣੇ ਕੋਲ ਆ ਜਾਂਦੀ ਸੈਲਫ ਐਕਸਪੈਕਟਡ, ਜਿਹਨੂੰ ਆਪਾਂ ਬੋਲ ਦਿੰਦੇ ਹਾਂ ਪੋਸਟ ਕਨਵੈਨਸ਼ਨਲ। ਮਤਲਬ ਇਹ ਹੈ ਵੀ ਉਹ ਦੇਖੀ ਜਾਂਦਾ ਆਸੇ ਪਾਸੇ ਜਿਹੜਾ ਕੁਝ ਵੀ ਡਿਵੈਲਪਮੈਂਟ ਹੁੰਦੀ ਕਿ ਜਿਹੜੀ ਐਥੀਕਲ ਜਿਹੜੇ ਰੂਲਸ ਬਣੇ ਹੁੰਦੇ ਆ, ਫਿਰ ਉਹ ਉਹਨਾਂ ਨੂੰ ਆਪਣੇ ਮਾਈਂਡ ਦੇ ਨਾਲ ਵੀ ਸੋਚ ਕੇ ਦੇਖਦਾ ਆ।
ਤਾਂ ਉਹਨਾਂ ਦੇ ਵਿੱਚ ਆਪਾਂ ਜੇ ਆਪਾਂ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਦੇਖਦੇ ਹਾਂ ਇਸ ਕੁਐਸਚਨ ਦੇ ਅਕੋਰਡਿੰਗ ਵੀ ਇਹਨਾਂ ਵਿੱਚੋਂ ਕਿਹੜਾ ਕਰੈਕਟ ਆ, ਤਾਂ ਪਹਿਲੇ ਨੰਬਰ ਤੇ ਆਪਣੇ ਕੋਲ ਹੈਗਾ ਪ੍ਰੀ ਕਨਵੈਨਸ਼ਨਲ ਮੋਰਲ ਰੀਜ਼ਨਿੰਗ। ਤਾਂ ਪ੍ਰੀ ਕਨਵੈਨਸ਼ਨਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇਹ ਸਿਰਫ ਤੇ ਸਿਰਫ ਇਹਦੇ ਵਿੱਚ ਕੁਝ ਨਹੀਂ, ਉਹ ਰਿਵਾਰਡ ਤੇ ਪਨਿਸ਼ਮੈਂਟ ਤੋਂ ਬਚਣ ਲਈ ਕਰਦਾ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਵੀ ਨਾ ਤਾਂ ਆਪਣੇ ਕੋਲੇ ਆਪਸ਼ਨ ਜਿਹੜੀ ਡੀ ਆਪਸ਼ਨ ਦਿੱਤੀ ਹੋਈ ਹੈ ਉਹਨਾਂ ਨੇ ਉਹ ਜੋੜੀ ਹੋਈ ਹੈ ਪਨਿਸ਼ਮੈਂਟ ਦੇ ਨਾਲ, ਇਹ ਬਿਲਕੁਲ ਗਲਤ ਹੈ। ਤਾਂ ਪਹਿਲੀ ਕੀ ਹੈ ਨਾਈਸ ਬॉयਜ਼ ਨਾਈਸ ਗਰਲਸ, ਇਹ ਵੀ ਨਹੀਂ ਆਊਗੀ। ਤਾਂ ਆਪਣੇ ਕੋਲ ਦੋ ਆਪਸ਼ਨਸ ਰਹਿ ਗਈਆਂ, ਕਨਵੈਨਸ਼ਨਲ ਮੋਰਲ ਰੀਜ਼ਨਿੰਗ ਤੇ ਪ੍ਰੀ ਕਨਵੈਨਸ਼ਨਲ ਮੋਰਲ ਰੀਜ਼ਨਿੰਗ। ਤਾਂ ਫਿਰ ਸੀ ਆਪਸ਼ਨ ਵੀ ਗਲਤ ਆ ਕਿਉਂਕਿ ਉਹਨੂੰ ਹੋਰ ਕੁਝ ਨਹੀਂ ਪਤਾ ਬੱਚੇ ਨੂੰ, ਉਹਨੂੰ ਸਿਰਫ ਆਪਣੇ ਰਿਵਾਰਡਸ ਦੇ ਨਾਲ ਉਹਨੂੰ ਕੋਈ ਟੌਫੀ ਮਿਲਦੀ ਜਾਂ ਉਹਨੂੰ ਕੁਛ ਮਤਲਬ ਜਾਂ ਪਨਿਸ਼ਮੈਂਟ ਵੀ ਥੱਪੜ ਨਾ ਵਜਣ, ਤਾਂ ਸਿਰਫ ਉਸ ਤੋਂ ਡਰਦਾ ਹੀ, ਇੱਕ ਬਿਹੇਵੀਅਰ ਹੀ ਉਹਦਾ ਬਿਹੇਵੀਅਰਲਿਜ਼ਮ ਦੇ ਤੌਰ ਤੇ ਹੀ ਰਹਿੰਦਾ ਹੈ, ਵਿਵਹਾਰਕ ਤੌਰ ਤੇ ਹੀ ਉਹ ਕਿਸੇ ਜਿਹੜੀ ਡਿਵੈਲਪਮੈਂਟ ਕਹਿ ਸਕਦੇ ਕਿ ਉਹਨੂੰ ਹੁੰਦੀ ਹੈ। ਤਾਂ ਆਪਣੇ ਕੋਲ ਆਪਸ਼ਨ ਇਹਦੀ ਆਏਗੀ ਬੀ ਆਪਸ਼ਨ ਆਏਗੀ, ਕਨਵੈਨਸ਼ਨਲ ਮੋਰਲ ਰੀਜ਼ਨਿੰਗ ਆਏਗੀ। ਆਪਣੇ ਕੋਲ ਲਾ ਐਂਡ ਆਰਡਰ ਓਰੀਐਂਟੇਸ਼ਨ ਨੂੰ ਧਿਆਨ ਦੇ ਵਿੱਚ ਰੱਖ ਕੇ ਵੀ ਦੂਜੇ ਮੈਨੂੰ ਮੈਂ ਸਹੀ ਤਰੀਕੇ ਨਾਲ ਰਹੂੰਗਾ, ਸਹੀ ਡਿਸਿਪਲਨ 'ਚ ਰਹੂੰਗਾ ਤਾਂ ਮੈਨੂੰ ਟੀਚਰਸ ਸ਼ਾਬਾਸ਼ ਦੇਣਗੇ ਜਾਂ ਟੀਚਰ ਦੇ ਅਕੋਰਡਿੰਗ ਮੈਂ ਸਹੀ ਹੋਊਂਗਾ। ਠੀਕ ਹੈ, ਇਹਨੂੰ ਆਪਾਂ ਰਿਵਾਰਡ ਜਾਂ ਪਨਿਸ਼ਮੈਂਟ ਨਹੀਂ ਗਿਣ ਸਕਦੇ। ਠੀਕ ਹੈ, ਉਮੀਦ ਕਰਨਾ ਕਿ ਤੁਹਾਨੂੰ ਇਹ ਸਵਾਲ ਇਹ ਜਿਹੜੀ ਹੈ ਕੁਐਸਚਨ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਕੁਐਸਚਨ ਨੰਬਰ 3 ਕੀ ਹੈ, ਵਿਚ ਆਫ ਦਾ ਫੋਲੋਇੰਗ ਸਟ੍ਰੈਟਜੀ ਯੂ ਵੁੱਡ ਐਸੋਸੀਏਟ ਵਿਦ ਦੀ ਕਲਚਰਲੀ ਰੈਲੇਵੈਂਟ ਟੀਚਿੰਗ। ਕਹਿੰਦਾ ਕਿ ਜੇਕਰ ਤੁਹਾਨੂੰ ਕਲਚਰਲੀ ਰੈਲੇਵੈਂਟ ਟੀਚਿੰਗ ਕਰਾਉਣੀ ਹੋਵੇ ਤਾਂ ਨੀਚੇ ਦਿੱਤੀਆਂ ਸਟ੍ਰੈਟਜੀ ਦੇ ਵਿੱਚੋਂ ਕਿਹੜੀ ਉਹਦੇ ਨਾਲ ਵਧੀਆ ਐਸੋਸੀਏਟ ਕਰੇਗੀ। ਤਾਂ ਆਪਣੇ ਕੋਲ ਕੀ ਸਟ੍ਰੈਟਜੀ ਦਿੱਤੀ ਹੈ ਕਿ ਡੂ ਨੋਟ ਯੂਜ਼ ਦ ਐਕਟੀਵਿਟੀ ਐਂਡ ਪ੍ਰੋਜੈਕਟ। ਤਾਂ ਇਹ ਤਾਂ ਆਪਾਂ ਕਰ ਸਕਦੇ ਹਾਂ, ਐਕਟੀਵਿਟੀ ਦੇ ਪ੍ਰੋਜੈਕਟ ਜੋੜ ਕੇ ਕਲਚਰਲ ਐਕਟੀਵਿਟੀ ਕਲਚਰ ਰੈਲੇਵੈਂਟ ਟੀਚਿੰਗ ਹੋ ਸਕਦੀ ਜੀ। ਕਿਸੇ ਦੇ ਸੰਸਕ੍ਰਿਤ ਬਾਰੇ ਅਲੱਗ-ਅਲੱਗ ਤਰ੍ਹਾਂ ਦੀ ਸੰਸਕ੍ਰਿਤਾਂ ਬਾਰੇ ਆਪਾਂ ਟੀਚ ਕਰਨਾ ਹੋਵੇ ਤਾਂ ਦੂਜੇ ਨਾਲ ਜਾਂ ਕਹਿ ਲਓ ਕਿ ਜਿਹੜੇ ਆਪਣੇ ਕੋਲੇ ਬੱਚੇ ਬੈਠੇ ਹੋ ਅਲੱਗ-ਅਲੱਗ ਆਏ ਹੋਏ ਆ ਬੈਕਗਰਾਊਂਡ ਤੋਂ, ਕਲਚਰਲੀ ਬੈਕਗਰਾਊਂਡ ਤੋਂ, ਤਾਂ ਪਹਿਲੀ ਆਪਸ਼ਨ ਗਲਤ ਹੈ, ਆਪਾਂ ਯੂਜ਼ ਕਰ ਸਕਦੇ ਹਾਂ। ਸੈਕੰਡ ਕਿ ਕੀਪ ਦਾ ਸਟੈਂਡਰਡਾਈਜ਼ ਕ੍ਰਾਈਟੇਰੀਆ ਫਾਰ ਸਟੂਡੈਂਟ ਬਿਹੇਵੀਅਰ ਡਿਊਰਿੰਗ ਦਾ ਡਿਸਕਸ਼ਨ ਅਸੈਸਮੈਂਟ ਜਾਂ ਇੰਟਰੈਕਸ਼ਨ। ਕਹਿੰਦੇ ਕਿ ਇੱਕ ਫਿਕਸ ਕ੍ਰਾਈਟੇਰੀਆ ਫਿਕਸ ਕਰ ਦਿਓ ਬਸ, ਕੋਈ ਕਿਵੇਂ ਦਾ ਵੀ ਬੱਚਾ ਕਿਸੇ ਵੀ ਕਲਚਰ ਨਾਲ ਜਾਂ ਕਿਵੇਂ ਦਾ ਵੀ ਉਹਦਾ ਬੈਕਗਰਾਊਂਡ ਆ ਉਹਦੇ ਅਕੋਰਡਿੰਗ ਕਹਿੰਦੇ ਕੋਈ ਅਸੈਸਮੈਂਟ ਹੋ ਜੇ ਜਾਂ ਡਿਸਕਸ਼ਨ ਇਹਦੇ ਅਕੋਰਡਿੰਗ ਹੀ ਕਰਨੀ ਆ, ਤਾਂ ਇਹ ਆਪਸ਼ਨ ਵੀ ਨਹੀਂ ਸਹੀ। ਨੈਕਸਟ ਆਪਣੇ ਕੋਲ ਕੀ ਆ ਜਾਂਦਾ, ਐਕਸਪੈਰੀਮੈਂਟ ਵਿਦ ਡਿਫਰੈਂਟ ਗਰੁੱਪਿੰਗ ਅਰੇਂਜਮੈਂਟ ਟੂ ਇਨਕਰੇਜ ਦਾ ਸੋਸ਼ਲ ਹਾਰਮੋਨੀ ਐਂਡ ਕੋਆਪਰੇਸ਼ਨਸ। ਕਹਿੰਦਾ ਕਿ ਐਂ ਕਰੋ ਉਹਨਾਂ ਸਾਰਿਆਂ ਦੇ ਅਲੱਗ-ਅਲੱਗ ਗਰੁੱਪ ਜਿਹੜੀ ਸੀ ਉਹਨਾਂ ਨੂੰ ਮਿਕਸ ਕਰਕੇ ਗਰੁੱਪ ਬਣਾ ਦਿਓ। ਜਦੋਂ ਗਰੁੱਪ ਕਰਕੇ ਇਕੱਠੇ ਹੋ ਕੇ ਬੈਠਣਗੇ ਤਾਂ ਉਹ ਇੱਕ ਦੂਜੇ ਨੂੰ ਜ਼ਿਆਦਾ ਸਮਝਣਗੇ, ਤਾਂ ਇਹ 'ਤੇ ਪ੍ਰਯੋਗ ਕਰੋ। ਤਾਂ ਇਹ ਆਪਸ਼ਨ ਤੁਹਾਡੀ ਬਿਲਕੁਲ ਸਹੀ ਆਏਗੀ। ਤਾਂ ਆਪਸ਼ਨ ਨੰਬਰ ਸੀ। ਤਾਂ ਆਪਸ਼ਨ ਨੰਬਰ ਡੀ ਦਿੱਤੀ ਹੋਈ ਕਮਿਊਨਿਟੀ ਪਾਰਟਿਸਪੇਸ਼ਨ ਸ਼ੁੱਡ ਬੀ ਵਾਈਡਡ, ਇਹਦਾ ਬਿਲਕੁਲ ਨੈਗੇਟਿਵ ਥਿੰਕ ਹੈ, ਤੇ ਇਹ ਆਪਸ਼ਨ ਨਹੀਂ ਆ ਸਕਦੀ। ਤਾਂ ਥਰਡ ਕੁਐਸਚਨ ਦਾ ਆਨਸਰ ਕੀ ਆਏਗਾ, ਸੀ। ਨੈਕਸਟ ਕੁਐਸਚਨ ਨੰਬਰ 4 ਆਪਣੇ ਕੋਲੇ ਕੀ ਹੈ, ਅਕੋਰਡਿੰਗ ਟੂ ਰੈਂਜ਼ੁਲੀ ਰੀਸ ਫੋਲੋਇੰਗ set of the characteristics can be associated with the people who are gifted। ਤਾਂ ਜਿਹੜੀ ਇਹ ਰੈਂਜ਼ੁਲੀ ਦੀ ਇੱਕ ਥਿਊਰੀ ਸੀਗੀ, ਇੱਕ 3 ਰਿੰਗ ਥਿਊਰੀ ਜਿਹਨੂੰ ਬੋਲਦੇ ਆ, ਤਾਂ ਇਹ ਥਿਊਰੀ ਹੈਗੀ ਸੀ ਉਹਦੀ ਗਿਫਟਡ ਸਟੂਡੈਂਟਸ ਦੇ ਉੱਪਰ ਉਹਦੀ ਇੱਕ ਥਿਊਰੀ ਸੀਗੀ। ਤਾਂ ਉਹਨੇ 3 ਰਿੰਗ ਥਿਊਰੀ ਦਿੱਤੀ ਸੀ ਕਿ ਉਹਦੇ ਵਿੱਚ 3 ਸਰਕਲ ਬਣਾਏ ਸੀ, ਅਬਵ ਐਵਰੇਜੇਬਿਲਟੀ ਕਿਸੇ ਦੀ ਹੋਵੇ, ਕੋਈ ਕ੍ਰੀਏਟਿਵ ਹੋਵੇ, ਉਹਨੂੰ ਕੋਈ ਟਾਸਕ ਕਮਿਟਮੈਂਟ ਹੋਵੇ ਵੀ ਟਾਸਕ ਉਹਨੂੰ ਦਿੱਤੀ ਉਹਨੂੰ ਕੰਪਲੀਟਲੀ ਕਮਿਟਮੈਂਟ ਨਾਲ ਕੰਪਲੀਟ ਕਰਦਾ, ਕ੍ਰੀਏਟਿਵਿਟੀ ਚੰਗੀ ਹੋਵੇ ਉਹਦੀ, ਤਾਂ ਅਬਵ ਐਵਰੇਜੇਬਿਲਟੀ, ਤਿੰਨਾਂ ਨੂੰ ਰਲਾ ਕੇ ਤਾਂ ਉਹਦੇ ਵਿੱਚ ਕਰੈਕਟਰਿਸਟਿਕਸ ਦੇ ਵਿੱਚ ਆਪਾਂ ਜੇ ਦੇਖਿਆ ਜਾਵੇ ਤਾਂ ਪਹਿਲੀ ਇਹਦੇ ਵਿੱਚ ਆਪਸ਼ਨ ਵੀ ਹੂ ਆਰ ਪਰਸਿਸਟੈਂਟ, ਵੀ ਉਹ ਲਗਾਤਾਰ ਤਾਂ ਕੰਮ ਕਰਦੇ ਰਹਿੰਦੇ ਆ, ਬਟ ਉਹਨਾਂ ਵਿੱਚ ਮੋਟੀਵੇਸ਼ਨ ਵੀ ਹਾਈ ਹੋਊਗੀ, ਤਾਂ ਹਾਈ ਮੋਟੀਵੇਸ਼ਨ ਵੀ ਆਊਗੀ, ਬਟ ਉਹ ਕੀ ਹੋਣਗੇ ਕ੍ਰੀਏਟਿਵ। ਤਾਂ ਜਿਹੜੀਆਂ ਆਪਣੇ ਕੋਲ ਇਹਦੇ ਵਿੱਚ ਪਹਿਲੀਆਂ 2 ਆਪਸ਼ਨ ਦਿੱਤੀਆਂ ਤੇ ਯੂਜ਼ਲ ਆਈਡੀਆ ਦਿੱਤਾ ਹੋਇਆ, ਤਾਂ ਇਹ ਆਪਸ਼ਨਸ ਨਹੀਂ ਹੋ ਸਕਦੀ। ਤਾਂ ਆਪਣੇ ਕੋਲ ਕ੍ਰੀਏਟਿਵ ਵਾਲਾ ਦਊਗਾ, ਤੇ ਜੇ ਹਾਈਲੀ ਮੋਟਿਵ ਹੋਊਗਾ ਤਾਂ ਹੀ ਉਹ ਜ਼ਿਆਦਾ ਵਧੀਆ ਕੰਮ ਕਰੂਗਾ। ਤਾਂ ਆਪਸ਼ਨ ਕੀ ਆਏਗੀ, ਡੀ। ਤਾਂ ਫੋਰਥ ਕੁਐਸਚਨ ਦੀ ਆਪਸ਼ਨ ਕੀ ਹੋਊਗੀ, ਡੀ, who are persistent and with high motivation and creative ਹੋਣਗੇ। ਕਲੀਅਰ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲ ਦਿੱਤਾ ਹੋਇਆ, ਕੁਐਸਚਨ ਨੰਬਰ 5 ਅਕੋਰਡਿੰਗ ਟੂ ਨੈਸ਼ਨਲ ਕਰਿਕੂਲਮ ਫਰੇਮਵਰਕ position paper on education of special need following can be directly associated with benefits of inclusion for students। ਤਾਂ ਇੱਕ ਨੈਸ਼ਨਲ ਕਰਿਕੂਲਮ ਫਰੇਮਵਰਕ ਹੈ, ਉਹਦੇ ਅਕੋਰਡਿੰਗ ਕੀ ਹੈ, ਵੈਸੇ ਨੈਸ਼ਨਲ ਕਰਿਕੂਲਮ ਫਰੇਮਵਰਕ 2005 ਆਪਣੇ ਕੋਲ ਆਉਂਦਾ, ਜਿਹਦੇ ਅਕੋਰਡਿੰਗ ਆਪਾਂ ਜਿਹੜੀਆਂ ਬੁੱਕਸ ਵਗੈਰਾ ਫਰੇਮ ਕਰਦੇ ਹਾਂ, ਜੋ ਵੀ ਆਪਣਾ ਸਿਲੇਬਸ ਆ ਕਰਿਕੂਲਮ ਆ ਸਾਰਾ ਬਣਦਾ ਆ। ਉਹਦੇ ਵਿੱਚ ਕਹਿੰਦਾ ਕਿ ਸਪੈਸ਼ਲ ਨੀਡਸ ਬੱਚਿਆਂ ਨੂੰ ਆਪਾਂ ਜਿਹੜੇ ਦੂਸਰੇ ਬੱਚਿਆਂ ਦੇ ਨਾਲ ਬਿਠਾਉਣ ਦਾ ਕੀ ਇਨਕਲੂਜਨ ਵਰਡ ਯੂਜ਼ ਕਰਦੇ ਆ ਇਹ, ਕਿ ਸਪੈਸ਼ਲ ਨੀਡ ਵਾਲੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਸਧਾਰਨ ਬੱਚਿਆਂ ਦੇ ਜੇ ਕਹਿ ਲਓ ਕਿ ਜਰਨਲ ਬੱਚਿਆਂ ਵਿੱਚ ਬਿਠਾ ਕੇ ਵੀ ਆਪਾਂ ਬਿਠਾ ਕੇ ਉਹਨਾਂ ਦੀ ਟੀਚਿੰਗ ਕਰਨੀ, ਉਹਨਾਂ ਵਾਸਤੇ ਅਲੱਗ ਨਹੀਂ ਕਰਨਾ। ਤਾਂ ਕੀ ਬੈਨੀਫਿਟ ਹੋਊਗਾ, ਪਹਿਲੇ ਨੰਬਰ 'ਤੇ ਐਕਸਪੈਂਡਿੰਗ ਦਾ ਸਕੂਲ ਡੇ ਅਲੋਂਗ ਵਿਦ ਕਲਾਸਮੇਟ ਹੂ ਡੂ ਨਾਟ ਹੈਵ ਡਿਸਏਬਿਲਿਟੀ ਪ੍ਰੋਵਾਈਡਡ ਮੈਨੀ ਓਪਰਚੁਨਿਟੀ ਫਾਰ ਸੋਸ਼ਲ ਇੰਟਰੈਕਸ਼ਨ ਦੈਟ ਵੁੱਡ ਨਾਟ ਬੀ ਅਵੇਲੇਬਲ ਇਨ segregated
ਸੈਟਿੰਗਸ। ਤਾਂ ਇਹ ਕਿਹਾ ਵੀ ਆਪਾਂ ਉਹ ਜੇ ਸਾਰਾ ਦਿਨ ਨਾ ਦੂਜੇ ਬੱਚਿਆਂ ਨਾਲ ਸਮਾਂ ਬਿਤਾਉਣਗੇ ਜਿਹੜੇ ਕਿ ਵੱਖਰੀਆਂ ਯੋਗਤਾਵਾਂ ਵਾਲੇ ਨਹੀਂ ਆ, ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਮੇਲ ਜੋਲ ਹੋਊਗਾ, ਤਾਂ ਉਹਨਾਂ ਵਿੱਚ ਮੇਲ ਜੋਲ ਦਾ ਮੌਕਾ ਮਿਲੂਗਾ, ਤਾਂ ਉਹਨਾਂ ਨੂੰ ਮਿਲਣਗੇ। ਤਾਂ ਇਹ ਬਿਲਕੁਲ ਸਹੀ ਆਪਸ਼ਨ ਹੋ ਸਕਦੀ ਆ, ਕਿਉਂਕਿ ਉਹਨਾਂ ਨਾਲ ਮਿਕਸ, ਉਹਨਾਂ ਵਿੱਚ ਜਿਹੜੀ ਹੀਨ ਭਾਵਨਾ ਕਹਿ ਲਓ ਕਿ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਬੱਚਾ ਸਪੈਸ਼ਲ ਨੀਡ ਵਾਲਾ ਹੋਊਗਾ ਉਹ ਦੂਜੇ ਨੂੰ ਨਾਲੋਂ ਆਪਣੇ ਆਪ ਨੂੰ ਅਲੱਗ ਨਹੀਂ ਸਮਝੂਗਾ, ਉਹ ਵੀ ਉਹਨਾਂ ਦੇ ਵਿੱਚ ਉਹ ਆਪਣੇ ਆਪ ਨੂੰ ਉਹਨਾਂ ਵਰਗਾ ਹੀ ਸਮਝੂਗਾ, ਅਤੇ ਦੂਜੇ ਬੱਚੇ ਵੀ ਇਹ ਹੀ ਸਮਝਣਗੇ। ਤਾਂ ਇਹਦਾ ਆਪਸ਼ਨ 5th ਦਾ ਕੁਐਸਚਨ ਦਾ ਆਨਸਰ ਆਏਗਾ ਏ। ਤਾਂ ਇਹਨਾਂ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਇਹ ਆਨਸਰ ਜਿਹੜਾ ਬਿਲਕੁਲ ਸਹੀ ਹੈ। ਜਿਵੇਂ ਆ ਦੂਜੀ ਆਪਸ਼ਨ ਦੇ ਵਿੱਚ ਦਿੱਤਾ ਕਿ ਇਹ ਵੁੱਡ ਨਾਟ ਹੈਵ ਏ ਪ੍ਰੋਪਰੇਟਰ ਮਾਡਲ ਆਫ ਬਿਹੇਵੀਅਰ, ਕਹਿੰਦਾ ਕਿ ਇਹ ਮਿਕਸ ਕਰਨ ਦੇ ਨਾਲ ਜਿਹੜਾ ਇਹ ਇੱਕ ਮਾਡਲ ਜਿਹੜਾ ਬਿਹੇਵੀਅਰ ਦਾ ਮਾਡਲ ਸਹੀ ਨਹੀਂ ਹੋਊਗਾ, ਬਿਲਕੁਲ ਗਲਤ ਹੈ। ਸਪੈਸ਼ਲ ਨੀਡ ਵਾਲੇ ਬੱਚੇ ਕੀ ਕਰਨਗੇ, ਡਿਫੀਕਲਟੀ ਫਾਈਂਡ ਕਰਨਗੇ, ਕਹਿੰਦੇ ਟੋਲਰੈਂਸ ਅਤੇ ਉਹਨਾਂ ਦੇ ਇੰਡੀਵਿਜੂਅਲ ਡਿਫਰੈਂਸ ਵੀ ਇੱਕ ਬੋਲਣਗੇ ਨਹੀਂ, ਤਾਂ ਇਹ ਚੀਜ਼ ਨੂੰ, ਇਹ ਵੀ ਬਿਲਕੁਲ ਗਲਤ ਆ, ਜ਼ਰੂਰੀ ਨਹੀਂ ਗਾ, ਇਹ ਚੀਜ਼ ਨਹੀਂ ਹੁੰਦੀ ਕਿ ਬੱਚਿਆਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਤਾਂ ਥਰਡ ਕੁਐਸਚਨ, ਇਨਕਲੂਜਨ ਆਫਰ ਲਿਮਿਟਡ ਓਪਰਚੁਨਿਟੀ ਟੂ ਇੰਟਰੈਕਟ ਵਿਦ ਈਚ ਅਦਰ, ਕਹਿੰਦੇ ਕਿ ਜੇ ਇਨਕਲੂਜਨ ਕਰ ਦਾਂਗੇ ਤਾਂ ਘੱਟ, ਤਾਂ ਇਹ ਤਾਂ ਬਿਲਕੁਲ ਉਲਟ ਹੋ ਗਿਆ ਨਾ, ਜੇ ਆਪਾਂ ਮਿਕਸ ਕਰਾਂਗੇ ਹੀ ਤਾਂ ਹੀ ਉਹ ਇੱਕ ਦੂਜੇ ਦੇ ਨੇੜੇ ਆਉਣਗੇ, ਇੱਕ ਦੂਜੇ ਨੂੰ ਸਮਝਣਗੇ। ਤਾਂ ਕੁਐਸਚਨ ਨੰਬਰ 5th ਹੋ ਗਿਆ। ਉਮੀਦ ਕਰਦਾ ਕਿ ਤੁਹਾਨੂੰ ਇਹ ਵੀ ਸਮਝ ਲੱਗ ਗਿਆ ਹੋਵੇਗਾ। ਆਪਣੇ ਕੋਲ ਅਗਲਾ ਕੁਐਸਚਨ ਕੀ ਹੈ, ਕੁਐਸਚਨ ਨੰਬਰ 6th, ਕਹਿੰਦਾ ਵੈਨ ਏ ਟੀਚਰ ਇਜ਼ ਅਸੈਸਿੰਗ ਸਟੂਡੈਂਟ ਇਨ ਦੀ ਕਲਾਸਰੂਮ ਵਿਚ ਆਫ ਦਾ ਫੋਲੋਇੰਗ ਇਜ਼ ਐਨ ਆਬਜੈਕਟਿਵ is avoided ਵਰਡ ਨੂੰ ਧਿਆਨ ਨਾਲ ਦੇਖੋ, considering it is an authentic test, ਕਹਿੰਦਾ ਕਿ ਜਦੋਂ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਆਪਾਂ ਅਸੈਸ ਕਰਨਾ ਆ, ਤਾਂ 8 ਲਿਖਿਆਂ ਦੇ ਵਿੱਚੋਂ ਆਪਣਾ ਜਿਹੜਾ ਆਥੈਂਟਿਕ ਟੈਸਟ ਆ ਉਹਨੂੰ ਕਿਹੜੇ ਨੂੰ ਆਪਾਂ ਨਜ਼ਰ ਅੰਦਾਜ਼ ਕਰਨਾ, ਉਹਦੀ ਆਪਾਂ ਆਬਜੈਕਟਿਵਿਟੀ ਨੂੰ ਨਜ਼ਰ ਅੰਦਾਜ਼ ਕਰਨਾ ਹੈ। ਮਤਲਬ ਇਹ ਹੈ ਵੀ ਆਹ 4 ਪੁਆਇੰਟ ਦਿੱਤੇ ਹੋਏ ਆਪਣੇ ਕੋਲ ਆਪਸ਼ਨਾਂ ਦੇ ਵਿੱਚੋਂ, ਤਾਂ ਆਪਾਂ ਅਸੈਸਿੰਗ ਦੇ ਟਾਈਮ ਇਹਨਾਂ ਦੇ ਵਿੱਚ ਕਿਹੜੇ ਨੂੰ ਨਜ਼ਰ ਅੰਦਾਜ਼ ਕਰਨਾ ਹੈ, ਕਿਹੜੇ ਜਿਹੜਾ ਆਪਣਾ ਟੈਸਟ ਹੋਣਾ ਚਾਹੀਦਾ ਉਹ ਇਹਨਾਂ ਚਾਰਾਂ ਦੇ ਵਿੱਚੋਂ ਕਿਹਨੂੰ ਧਿਆਨ ਵਿੱਚ ਨਾ ਆਉਂਦਾ ਹੋਵੇ, ਜਾਂ ਕਹਿ ਲਓ ਕਿ ਇਹਨਾਂ ਚਾਰਾਂ ਦੇ ਵਿੱਚੋਂ ਟੈਸਟ ਹੈ ਜਿਹੜਾ ਉਹ ਕੋਈ ਵੀ ਚਾਰਾਂ ਦੇ ਵਿੱਚੋਂ ਇੱਕ ਕਾਰਨ ਇੱਕ ਇਹੋ ਜਿਹਾ ਦਿੱਤਾ ਹੋਇਆ ਜਿਹਨੂੰ ਟੈਸਟ ਦੇ ਵਿੱਚ ਜ਼ਰੂਰਤ ਨਹੀਂ ਗੀ। ਪਹਿਲੇ ਨੰਬਰ ਤੇ ਕੀ ਗਿਵ ਏ ਫੀਡਬੈਕ ਟੂ ਸਟੂਡੈਂਟ ਅਬਾਊਟ ਦੇਅਰ ਪਰਫੋਰਮੈਂਸ, ਤਾਂ ਆਪਾਂ ਹੀ ਕਰਦੇ ਹਾਂ ਕਿ ਜਦੋਂ ਬੱਚੇ ਦਾ ਪੇਪਰ ਲੈ ਲਿਆ ਜਾਂ ਟੈਸਟ ਲੈ ਲਿਆ, ਉਦੋਂ ਬਾਅਦ ਉਹਨੂੰ ਦੱਸਦੇ ਹਾਂ ਕਿ ਤੁਸੀਂ ਕਿਹੋ ਜਿਹੇ ਪਰਫੋਰਮ ਕੀਤਾ, ਤਾਂ ਬਿਲਕੁਲ ਸਹੀ ਹੈ। ਅਸੈਸਸ ਦਾ ਸਟੂਡੈਂਟ ਹੈਬਿਟ ਐਂਡ ਰੈਪਰਟੋਰੀਜ਼, ਤਾਂ ਉਹਨਾਂ ਦੀ ਆਪਾਂ ਜਿਹੜੀ ਆ ਅਸੈਸ ਕਰਦੇ ਹਾਂ ਉਹਨਾਂ ਦੀ ਆਦਤ ਕੀ ਸੀ, ਅਤੇ ਉਹਨਾਂ ਨੇ ਲਿਖਿਆ ਕਿਹੋ ਜਿਹਾ, ਉਹਨਾਂ ਦੀ ਰਿਪੋਰਟ ਕਿਹੋ ਜਿਹੀ ਕੀਤੀ, ਉਹਨਾਂ ਨੇ ਕੰਮ ਕਿਹੋ ਜਿਹਾ ਕੀਤਾ, ਤਾਂ ਆਪਣਾ ਮੁਲਾਂਕਣ ਆ। ਤੀਜੇ ਨੰਬਰ 'ਤੇ ਕੀ ਮਿਨੀਮਾਈਜ਼ ਨੀਡਲੈਸ ਆ ਵਰਡ, ਮਿਨੀਮਾਈਜ਼ ਨੀਡਲੈਸ ਐਂਡ ਡੀਮੋਰਲਾਈਜ਼ਿੰਗ ਕੰਪੈਰੀਜ਼ਨ ਅਮੰਗ ਦਾ ਸਟੂਡੈਂਟ। ਇਹ ਚੀਜ਼ ਬਹੁਤ ਇੰਪੋਰਟੈਂਟ ਆ ਕਿ ਆਪਾਂ ਨੂੰ ਇਹ ਕਰਨਾ ਚਾਹੀਦਾ ਕਿ ਘੱਟ ਤੋਂ ਘੱਟ, ਮਿਨੀਮਾਈਜ਼ ਵਰਡ ਦਿੱਤਾ ਵੀ ਘੱਟ ਤੋਂ ਘੱਟ ਬੱਚੇ ਨੂੰ ਕੰਪੇਅਰ ਕਰੀਏ ਵੀ ਤੇਰੇ ਤਾਂ ਇੰਨੇ ਮਾਰਕਸ ਆਏ ਸੀ ਭਾਈ, ਉਹ ਹੁਸ਼ਿਆਰ ਆ, ਤੂੰ ਐ ਨਲਾਇਕ ਆ, ਉਹਨਾਂ ਨੂੰ ਇਸ ਤਰ੍ਹਾਂ ਦੀ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਡੀ ਆਪਸ਼ਨਸ ਕੀ ਹੈ, ਇਹ ਵੀ ਬਿਲਕੁਲ ਸੀ ਜਿਹੜੀ ਆਪਸ਼ਨ ਸੀਗੀ ਇਹ ਵੀ ਆਪਣੇ ਟੈਸਟ ਵਿੱਚ ਹੋਣੀ ਚਾਹੀਦੀ ਹੈ। ਤਾਂ ਡੀ ਆਪਸ਼ਨ ਹੈ ਸਟੂਡੈਂਟਸ ਇੰਡੀਵਿਜੂਅਲ ਐਟੀਟਿਊਡ ਲਰਨਿੰਗ ਸਟਾਈਲ ਸ਼ੁੱਡ ਨਾਟ ਬੀ ਕੰਸੀਡਰਡ, ਤਾਂ ਆਪਣੇ ਟੈਸਟ ਵਿੱਚ ਇਹ ਨਾ ਹੋਵੇ ਕਿ ਆਪਾਂ ਸਟੂਡੈਂਟ ਦੀ ਉਹਦਾ ਲਰਨਿੰਗ ਸਟਾਈਲ ਮਾਪੀ ਕਿਵੇਂ ਉਹਨੇ ਲਰਨ ਕੀਤਾ, ਜਾਂ ਉਹਦਾ ਇੰਡੀਵਿਜੂਅਲ ਐਟੀਟਿਊਡ ਕਿਵੇਂ ਸੀਗਾ, ਇਹ ਆਪਣੇ ਟੈਸਟ ਦਾ ਕੋਈ ਓਬਜੈਕਟਿਵ ਨਹੀਂ ਹੋਣਾ ਚਾਹੀਦਾ। ਤਾਂ ਇਹਦੀ ਆਪਸ਼ਨ ਕੀ ਸੀਗੀ, ਡੀ ਆਪਸ਼ਨ ਆਏਗੀ 6ਵੇਂ ਕੁਐਸਚਨ ਦੀ। ਆਪਣੇ ਕੋਲ ਨੈਕਸਟ ਕੁਐਸਚਨ ਕੀ ਹੈ, whenever you are making a multiple choice question wrong answers are offered as choices with the correct answer, these wrong answers are now as, ਕਹਿੰਦਾ ਕਿ ਜਿਵੇਂ ਆਪਣੇ ਕੋਲ ਅੱਜ ਤੁਹਾਡੇ ਪੇਪਰ ਹੀ ਚੱਲੀ ਜਾਂਦਾ, ਇਹੀ ਵੇਲਾ ਆਪਾਂ ਕਰੀ ਜਾਂਦੇ ਹਾਂ ਕਿ 4 ਆਪਸ਼ਨਾਂ ਦਿੱਤੀਆਂ ਹੁੰਦੀਆਂ, ਚਾਰਾਂ ਦੇ ਵਿੱਚੋਂ ਇੱਕ ਸਹੀ ਆਨਸਰ ਹੁੰਦਾ, ਜਿਹੜੇ ਬਾਕੀ 3 ਗਲਤ ਹੁੰਦੇ ਉਹਨਾਂ ਨੂੰ ਆਪਾਂ ਕੀ ਕਹਾਂਗੇ, ਗਲਤ ਉੱਤਰ ਇੱਕ ਚੁਣਾਵ ਵਾਂਗੂ ਸਹੀ ਉੱਤਰ ਦੇ ਨਾਲ ਆਉਂਦੇ ਆ। ਤਾਂ ਤੁਹਾਡਾ ਇਹਨਾਂ ਗਲਤ ਜਵਾਬਾਂ ਨੂੰ ਤੁਸੀਂ ਕੀ ਕਹੋਗੇ, ਤਾਂ ਪਹਿਲਾ ਹੈਗਾ ਡਿਸਟਰੈਕਟਰ, ਧਿਆਨ ਹਟਾਉਣ ਵਾਲੇ, ਸਟੈਮ ਮੂਲ ਰੂਪ ਦੇ ਵਿੱਚ ਕਹਿੰਦਾ ਹੁੰਦੇ ਇਹਨਾਂ ਦਾ ਮੇਨ, ਪੋਰਟਫੋਲੀਓ ਜਾਂ ਰੂਬਰਿਕਸ ਹੁੰਦੇ ਆ ਜਾਂ ਮੁਲਾਂਕਣ ਬਿੰਦੂ। ਤਾਂ ਇਹਦਾ ਸਹੀ ਆਨਸਰ ਆਪਣੇ ਕੋਲੇ ਕੀ ਆਏਗਾ, ਧਿਆਨ ਹਟਾਉਣ ਵਾਲੇ, ਇਹ ਆਪਸ਼ਨ ਆਏਗੀ ਇਸ ਕੁਐਸਚਨ ਦੀ। ਜਿਹੜਾ whenever you are making a multiple choice question wrong answers are offered as with the correct answer, these wrong answers are now as, ਤਾਂ ਕਹਿੰਦੇ ਕਿ ਜਦੋਂ MCQ ਕੁਐਸਚਨ ਆਪਾਂ ਬਣਾਉਣੇ ਆ ਜਾਂ ਜਿਵੇਂ ਆਪਣਾ ਪੇਪਰ ਹੋਈ ਜਾਂਦਾ ਜਿਹੜਾ ਆਪਾਂ ਸੋਲਵ ਕਰੀ ਜਾਂਦੇ ਆ, ਤਾਂ ਇਹਦੇ ਵਿੱਚ ਕੀ ਆ ਵੀ ਚਾਰਾਂ ਦੇ ਵਿੱਚ ਇੱਕ ਸਹੀ ਆਨਸਰ ਹੁੰਦਾ, 3 ਗਲਤ ਹੁੰਦੇ ਆ, ਜਿਹੜਾ ਗਲਤ ਆ ਉਹਨੂੰ ਆਪਾਂ ਕੀ ਕਹਾਂਗੇ, ਡਿਸਟਰੈਕਟਰ, ਸਟੈਮ, ਪੋਰਟਫੋਲੀਓ ਜਾਂ ਰੂਬਰਿਕਸ। ਤਾਂ ਆਪਾਂ ਨੂੰ ਇਹ ਪਤਾ ਕਿ ਉਹ ਜਿਹੜੇ ਚਾਰਾਂ ਦੇ ਵਿੱਚ ਜਿਹੜੇ ਇੱਕ ਆਨਸਰ ਸਹੀ ਹੁੰਦਾ, ਜਿਹੜੇ 3 ਗਲਤ ਹੁੰਦੇ ਆ ਨਾ, ਤਾਂ ਉਹ ਆਪਣਾ ਧਿਆਨ ਹੋਰ ਪਾਸੇ ਵੀ ਲੈ ਕੇ ਜਾਂਦੇ ਆ। ਤਾਂ ਇਹਦਾ ਆਨਸਰ ਆਏਗਾ ਇਹ ਆਪਸ਼ਨ ਕਿ ਦੇ ਆਰ ਐਕਟ ਐਜ਼ ਏ ਡਿਸਟਰੈਕਟਰ, ਧਿਆਨ
ਹਟਾਉਣ ਵਾਲੇ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲੇ, ਕੁਐਸਚਨ ਨੰਬਰ ਆਪਣੇ ਕੋਲ ਹੈਗਾ 8। ਕਹਿੰਦਾ ਕੀ ਹੈ, ਦ ਬੇਸਿਕ ਆਈਡੀਆ ਆਫ ਇਨਕੁਆਇਰੀ ਲਰਨਿੰਗ ਇਨਵੋਲਵਸ ਦ ਫੋਲੋਇੰਗ ਐਲੀਮੈਂਟਸ। ਕਹਿੰਦਾ ਕਿ ਜਿਹੜੀ ਇਨਕੁਆਇਰੀ ਲਰਨਿੰਗ ਹੁੰਦੀ, ਜਿਹੜੀ ਆਪਾਂ ਪੁੱਛ ਕੇ ਲਰਨਿੰਗ ਕਰਦੇ, ਕੋਈ ਆਪਾਂ ਨੂੰ ਕੋਈ ਪ੍ਰੋਬਲਮ ਮਿਲ ਜਾਂਦੀ ਹੈ ਨਾ, ਸਿਰਫ ਪ੍ਰੋਬਲਮ ਦਿੱਤੀ ਹੈ ਵੀ ਇਹਨੂੰ ਤੁਸੀਂ ਸੋਲਵ ਕਰਨਾ, ਕਿਸੇ ਤਰ੍ਹਾਂ ਦੀ ਕੋਈ ਇੰਟਰਵਿਊ ਜਾਂ ਕੋਈ ਹੋਰ ਕੋਈ ਆਪਾਂ ਸਟੱਡੀ ਕਰਨੀ ਆ, ਤਾਂ ਆਪਾਂ ਕੀ ਕਰਦੇ ਹਾਂ, ਤਾਂ ਜਿਹੜੀ ਆਪਾਂ ਨੂੰ ਪ੍ਰੋਬਲਮ ਉਹਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਯੂਜ਼ ਹੁੰਦੇ ਆ, ਤਾਂ ਇਹਦੇ ਵਿੱਚ ਜਿਹੜੀਆਂ ਆਪਸ਼ਨ ਦਿੱਤੀਆਂ ਹੋਈਆਂ ਜੇ ਆਪਾਂ ਇਹਨਾਂ ਨੂੰ ਪੜ੍ਹੀਏ ਤਾਂ ਇਹਦੇ ਵਿੱਚ ਇੱਕ ਹੁੰਦਾ ਫਾਰਮੂਲੇਟਿੰਗ ਹਾਈਪੋਥੀਸਿਸ। ਤਾਂ ਜਿਹੜਾ ਫਾਰਮੂਲੇਟਿੰਗ ਹਾਈਪੋਥੀਸਿਸ ਦਾ ਮਤਲਬ ਹੁੰਦਾ ਵੀ ਆਪਾਂ ਜਦੋਂ ਵੀ ਕੋਈ ਪ੍ਰੋਬਲਮ ਸੋਲਵ ਕਰਦੇ ਹਾਂ, ਸਭ ਤੋਂ ਪਹਿਲਾਂ ਇੱਕ ਆਪਾਂ ਆਪਦੇ ਮਨ ਦੇ ਵਿੱਚ ਉਹਦਾ ਸੋਲੂਸ਼ਨ ਬਣਾਉਣੇ ਵੀ ਇਸ ਤਰ੍ਹਾਂ ਹੋਊਗਾ। ਆਪਾਂ ਨੂੰ ਉਹਦਾ ਜਿਹੜਾ ਪਾਥ ਬਣਾਉਣ ਵਾਸਤੇ ਪੈਂਦਾ, ਇਹ ਬਣਾਉਣਾ ਪੈਂਦਾ ਕਿ ਉਹਦੀ ਜਿਹੜੀ ਪ੍ਰੋਬਲਮ ਉਹਦਾ ਇਹ ਵਾਰੀ ਇਸ ਤਰੀਕੇ ਨਾਲ ਸੋਲਵ ਹੋ ਸਕਦੀ ਆ, ਇਹ ਆਪਣੀ ਹਾਈਪੋਥੀਸਿਸ ਹੁੰਦਾ, ਇਹ ਆਪਾਂ ਮੰਨ ਕੇ ਚੱਲਦੇ ਹਾਂ ਵੀ ਇਸ ਤਰ੍ਹਾਂ ਹੋ ਸਕਦਾ ਆ। ਫਿਰ ਆਪਾਂ ਹੀ ਕਰਦੇ ਹਾਂ, ਉਹਦੇ ਬਾਰੇ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ। ਇਹਦਾ ਮਤਲਬ ਇਹ ਹੋ ਗਿਆ ਕਿ ਪਹਿਲੇ ਨੰਬਰ 'ਤੇ ਤਾਂ ਅਸੀਂ ਫਾਰਮੂਲੇਟ ਹਾਈਪੋਥੀਸਿਸ, ਇਹਦਾ ਮਤਲਬ ਦੂਜੀ ਆਪਸ਼ਨ ਤਾਂ ਹੋ ਨਹੀਂ ਸਕਦੀ ਗੀ। ਆਪਣੇ ਕੋਲੇ ਕੀ ਆ ਗਿਆ ਉਸ ਤੋਂ ਬਾਅਦ, ਉਹਦੇ ਬਾਰੇ ਇਨਫੋਰਮੇਸ਼ਨ ਇਕੱਠੀ ਕਰਨੀ, ਯਾਨੀ ਕਿ ਡਾਟਾ ਕਲੈਕਟ ਕਰਨਾ। ਫਿਰ ਕੀ ਕਰਨਾ, ਉਹ ਡਾਟੇ ਨੂੰ ਆਪਾਂ ਸਾਰੀ ਦੀ ਸਟੱਡੀ ਕਰਦੇ ਹਾਂ ਅਤੇ ਇੱਕ ਕਨਕਲੂਜਨ 'ਤੇ ਪਹੁੰਚਦੇ ਹਾਂ। ਤਾਂ ਕੀ ਆ ਜਾਊਗਾ, ਡਰਾ ਦਾ ਕਨਕਲੂਜਨ। ਫਿਰ ਕੀ ਆਪਾਂ ਕਰਦੇ ਹਾਂ, ਜਿਹੜਾ ਕਨਕਲੂਜਨ ਡਰਾ ਹੋ ਜਾਂਦਾ ਉਸ ਨੂੰ ਆਪਾਂ ਦੇਖਦੇ ਕਿ ਜਿਹੜੀ ਆਪਣੀ ਪਹਿਲਾਂ ਪ੍ਰੋਬਲਮ ਸੀਗੀ ਉਸ ਪ੍ਰੋਬਲਮ ਦੇ ਅਕੋਰਡਿੰਗ ਹੀ ਹੈ, ਓਰੀਜਨਲ ਪ੍ਰੋਬਲਮ ਰਿਫਲੈਕਟ ਹੁੰਦੀ ਹੈ, ਉਹ ਸੋਲਵ ਹੁੰਦੀ ਹੈ, ਜਾਂ ਆਪਣੀ ਉਸ ਤਰ੍ਹਾਂ ਮਤਲਬ ਇੱਕ ਆਪਣੇ ਐਕਸਪੀਰੀਅੰਸ ਦੇ ਵਿੱਚ ਐਡ ਹੁੰਦਾ ਜਾਂਦਾ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਇਹਦੀ ਆਪਸ਼ਨ ਕੀ ਆਏਗੀ, ਡੀ। ਪਹਿਲਾਂ ਆਪਾਂ ਫਾਰਮੂਲੇਟ ਹਾਈਪੋਥੀਸਿਸ, ਫਿਰ ਕਲੈਕਟ ਦਾ ਡਾਟਾ, ਫਿਰ ਆਪਾਂ ਉਸ ਤੋਂ ਕੀ ਕਨਕਲੂਜਨ ਡਰਾ ਕਰਾਂਗੇ, ਫਿਰ ਆਪਣੀ ਪ੍ਰੋਬਲਮ ਦੇ ਨਾਲ ਉਹਨੂੰ ਆਪਾਂ ਜੋੜ ਕੇ ਦੇਖਾਂਗੇ। ਨੈਕਸਟ ਕੁਐਸਚਨ ਕੀ ਹੈ, ਕੁਐਸਚਨ ਨੰਬਰ 9। ਦਿਸ ਸਟੇਜ ਇਜ਼ ਦਾ ਟਾਈਮ ਆਫ ਸੈਕਸ਼ੂਅਲ ਰੀਅਵੇਕਿੰਗ, the source of sexual pleasure now becomes sometimes someone outside the family, the stage in Freud's psychosexual theory। ਜਿਹੜੀ ਫਰੂਡੇ ਦੀ ਇਹ ਥਿਊਰੀ ਸੀ ਨਾ, ਉਹਦੇ ਵਿੱਚ ਆਹ ਜਿਹੜੀ ਲਾਈਨ ਦਿੱਤੀ ਹੋਈ ਆ, ਇਹ ਕਿਹੜੀ ਸਟੇਜ ਦੇ ਵਿੱਚ ਆਉਂਦੀ ਆ। ਤਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਥੋੜ੍ਹਾ ਇਹਦੀ ਸਟੇਜ ਦੇ ਬਾਰੇ ਪਤਾ ਹੋਣਾ ਚਾਹੀਦਾ, ਜਿਹੜੀਆਂ ਆਪਣੇ ਕੋਲੇ ਆ ਜਾਂਦੀਆਂ ਫਰੂਡੇ ਦੀ ਥਿਊਰੀ ਆ। ਤਾਂ ਕਿਹੜੀਆਂ ਇਹਦੀਆਂ ਆਪਾਂ ਨੂੰ ਪਤਾ 5 ਸਟੇਜਾਂ ਸੀਗੀਆਂ, ਔਰਲ ਸਟੇਜ ਸੀਗਾ, ਅਨਲ ਸਟੇਜ ਸੀਗਾ। ਤਾਂ ਅਸਲ ਦੇ ਵਿੱਚ ਜਿਹੜੀ ਫਰੂਡੇ ਦੀ ਥਿਊਰੀ ਹੈ ਨਾ, ਸਾਈਕੋਸੈਕਸ਼ੂਅਲ, ਆਪਾਂ ਇਹਦੇ ਵਿੱਚ ਇਹ ਹੈ ਕਿ ਫਰੂਡੇ ਨੇ ਮੰਨਿਆ ਹੀ ਸੀਗਾ ਕਿ ਲਾਈਫ ਇਜ਼ ਦੀ ਫੰਡਾਮੈਂਟਲ, ਲਾਈਫ ਦਾ ਜਿਹੜਾ ਫੰਡਾਮੈਂਟਲ ਮੋਟਿਵ ਹੈ ਨਾ, ਉਹ ਸੈਕਸ ਆ। ਉਹ ਕਹਿੰਦਾ ਕਿ ਪਲੈਜ਼ਰ, ਸੈਕਸ ਦੀ ਡੈਫੀਨੇਸ਼ਨ ਦਿੰਦਾ ਸੀ ਕਿ ਕਿਸੇ ਵੀ ਬਾਡੀ ਦੇ ਔਰਗਨ ਤੋਂ ਜਦੋਂ ਪਲੈਜ਼ਰ ਮਿਲਦਾ ਤਾਂ ਉਦੋਂ ਆਪਾਂ ਉਹਨੂੰ ਕੀ ਬੋਲਾਂਗੇ, ਸੈਕਸ ਬੋਲਾਂਗੇ। ਕਹਿੰਦਾ ਕਿ ਸੈਕਸ਼ੂਅਲ ਜਿਹੜਾ ਆ ਇਹ ਇਕੱਲਾ ਅਡਲਟ ਨਾਲ ਰਿਲੇਟਡ ਟਰਮ ਨਹੀਂ, ਕਿ ਇਹ ਛੋਟੇ ਬਾਏ ਬਰਥ ਦੇ ਟਾਈਮ 'ਤੇ ਵੀ ਬੱਚੇ ਦੇ ਨਾਲ ਰਿਲੇਟਡ ਟਰਮ ਵੀ ਹੈਗੀ ਆ, ਉਹਨੂੰ ਵੀ ਸੈਕਸ ਮਤਲਬ ਪਲੈਜ਼ਰ ਮਿਲਦਾ ਆ। ਤਾਂ ਉਹਦੇ ਵਿੱਚ ਜਿਵੇਂ ਉਹਨੇ ਕਿਹਾ ਸੀ ਕਿ ਪਹਿਲੀ ਸਟੇਜ ਔਰਲ ਸਟੇਜ ਹੁੰਦੀ 12 ਤੋਂ 18 ਮੰਥ ਦੇ ਵਿੱਚ, ਤਾਂ ਉਹਨੂੰ ਆਪਣੇ ਮਾਊਥ ਦੇ ਥਰੂ ਪਲੇਜ਼ਰ ਮਿਲਦਾ ਆ। ਤਾਂ ਉਹ ਨਿੱਪਲ ਨੂੰ ਜਾਂ ਹਰੇਕ ਚੀਜ਼ ਨੂੰ ਆਪਣੇ ਮੂੰਹ ਦੇ ਵਿੱਚ ਪਾਉਂਦਾ ਕਿਉਂਕਿ ਉਹਨੂੰ ਪਲੇਜ਼ਰ ਮਿਲਦਾ। ਤਾਂ ਇਹਦਾ ਮਤਲਬ ਜਿਹੜੀ ਔਰਲ ਸਟੇਜ ਹੁੰਦੀ ਉਹਨੂੰ ਕੁਛ ਨਹੀਂ ਪਤਾ ਹੁੰਦਾ, ਸਿਰਫ ਉਹ ਪਲੇਜ਼ਰ ਦੇ ਅਕੋਰਡਿੰਗ ਹੀ ਆਪਦਾ ਜਿਹੜਾ ਹੈ ਉਹਦੀ ਡਿਵੈਲਪਮੈਂਟ ਹੁੰਦੀ ਆ। ਫਿਰ ਆਪਣੇ ਕੋਲ ਆ ਗਿਆ ਅਨਲ ਸਟੇਜ। ਅਨਲ ਸਟੇਜ ਵਿੱਚ 1 ਤੋਂ 3 ਸਾਲ ਦਾ ਹੁੰਦਾ, ਉਹ ਹੁਣ ਮਾਊਥ 'ਤੇ ਡਿਪੈਂਡ ਨਹੀਂ, ਉਹ ਮਾਊਥ ਸ਼ਿਫਟ ਕਰ ਜਾਂਦਾ, ਜਿਹੜੇ ਆਪਣੀ ਬੋਡੀ ਦੇ ਜਿਹੜੇ ਪਾਰਟ ਦੇ ਥਰੂ ਸੀਕ੍ਰੇਸ਼ਨਸ ਹੁੰਦੀਆਂ, ਜਾਂ ਕਹਿ ਲਓ ਕਿ ਇਲੀਮੀਨੇਸ਼ਨ ਪਾਰਟ 'ਤੇ ਚਲੇ ਜਾਂਦਾ। ਠੀਕ ਹੈ, ਵੇਸਟ ਮਟੀਰੀਅਲ ਉਹ ਜਦੋਂ ਥਰੂ ਅਨਸ ਜਾਂ ਦੇ ਥਰੂ ਕਰਦਾ ਤਾਂ ਉਦੋਂ ਉਹਨੂੰ ਪਲੇਜ਼ਰ ਮਿਲਦਾ। ਤਾਂ ਇਹਦਾ ਮਤਲਬ ਇਹ ਕੀ ਹੈ, ਉਹ ਅਨਲ ਸਟੇਜ ਦੇ ਵਿੱਚ ਹੈ। ਥਰਡ ਸਟੇਜ ਹੁੰਦੀ ਫੈਲਿਕ ਸਟੇਜ, 4 ਤੋਂ 7 ਸਾਲ ਤੱਕ ਹੁੰਦਾ, ਤਾਂ ਉਦੋਂ ਉਹਨੂੰ ਬਾਇਓਲੋਜੀਕਲ ਡਿਫਰੈਂਸ ਪਤਾ ਲੱਗ ਜਾਂਦਾ ਸੈਕਸ ਦੇ ਬਾਰੇ। ਫਿਰ ਉਸ ਤੋਂ ਬਾਅਦ ਆ ਗਈ ਲੇਟੈਂਸੀ ਸਟੇਜ ਆ ਗਈ। ਅਜੇ ਆਪਾਂ ਦੀ ਡਿਟੇਲ ਪੜ੍ਹਨ ਲੱਗ ਗਈ ਤਾਂ ਥਿਊਰੀ ਬਹੁਤ ਲੈਂਥੀ ਹੈ, ਇੱਕ ਵੀਡੀਓ ਪੂਰੀ ਇਸੇ ਥਿਊਰੀ 'ਤੇ ਬਣ ਸਕਦੀ ਹੈ, ਪਤਾ ਇੱਥੇ ਮੈਂ ਮੇਨ ਪੁਆਇੰਟ ਦੱਸਣ ਦੀ ਹੀ ਗੱਲ ਕੀਤੀ ਹੋਈ ਹੈ। ਤਾਂ ਇਸੇ ਤਰ੍ਹਾਂ ਇੱਕ ਜੈਨੀਟਲ ਸਟੇਜ ਆਉਂਦੀ, ਸਟੇਜ ਨੰਬਰ ਲਾਸਟ ਜਿਹੜੀ ਸਟੇਜ ਹੁੰਦੀ 14 ਤੋਂ 19 ਸਾਲ ਤੱਕ। ਤਾਂ ਇਹਦੇ ਵਿੱਚ ਕੀ ਹੁੰਦਾ ਆ ਕਿ ਉਹਨਾਂ ਦੇ ਵਿੱਚ ਬॉयज़ ਤੇ ਗਰਲ ਦੇ ਵਿੱਚ ਨਾ ਸਟਰੋਂਗ ਸੈਂਸੇਸ਼ਨਸ ਆ ਜਾਂਦੀਆਂ ਨੇ, ਤਾਂ ਇੱਕ ਦੂਜੇ ਦੇ ਸੈਕਸ ਵੱਲ, ਆਪੋਜ਼ਿਟ ਸੈਕਸ ਵੱਲ ਬਹੁਤ ਅਟਰੈਕਟ ਹੁੰਦੇ ਨੇ। ਤਾਂ ਇਹ ਜਿਹੜੀ ਸਟੇਜ ਹੁੰਦੀ ਹੈ, ਇਹ ਸਟੇਜ ਹੁੰਦੀ ਹੈ ਜਿਹਦੇ ਵਿੱਚ ਆਪਾਂ ਕਹਿ ਦਿੰਦੇ ਕਿ ਐਗਜ਼ਾਮਪਲ ਜਿਹੜੀ ਲਾਈਨ ਦਿੱਤੀ ਹੋਈ ਆ, ਹੁਣ ਪਰਿਵਾਰ ਤੋਂ ਸੈਕਸ ਦਾ ਮਜ਼ਾ ਹੁਣ ਪਰਿਵਾਰ ਤੋਂ ਬਾਹਰ ਬਣ ਚੁੱਕਿਆ। ਤਾਂ ਇਹਦਾ ਆਨਸਰ ਕੀ ਆਏਗਾ 9th ਕੁਐਸਚਨ ਦਾ, ਡੀ ਆਪਸ਼ਨ ਆਏਗੀ, ਲੇਟੈਂਸੀ ਸਟੇਜ। ਕਲੀਅਰ, ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਆ ਇਹ ਮਤਲਬ ਇਹ ਕੁਐਸਚਨ ਜਿਹੜੀ ਆ ਉਹ ਸਮਝ ਲੱਗ ਕੇ ਹੋਣਗੇ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ, ਕੁਐਸਚਨ ਨੰਬਰ 10। ਦ ਪਰਸਨ ਰਿਸਪੋਂਸੀਬਲ ਫਾਰ ਦਾ ਡਿਵੈਲਪਮੈਂਟ ਐਂਡ ਡਿਜ਼ਾਈਨ ਆਫ ਫਸਟ ਯੂਜ਼ਫੁਲ ਇੰਡੀਵਿਜੂਅਲ ਟੈਸਟ ਆਫ ਇੰਟੈਲੀਜੈਂਸ। ਤਾਂ ਇੰਟੈਲੀਜੈਂਸੀ ਟੈਸਟ ਆ ਜਿਹੜੇ ਆਪਣੇ ਕੋਲੇ, ਉਹਦੇ ਵਿੱਚ ਸਭ ਤੋਂ ਪਹਿਲਾਂ ਕਿਹੜੇ ਪਰਸਨ ਨੇ ਇੰਡੀਵਿਜੂਅਲ ਜਿਹੜਾ ਟੈਸਟ ਦਿੱਤਾ ਸੀ ਇੰਟੈਲੀਜੈਂਸੀ ਦਾ। ਤਾਂ ਆਪਾਂ ਕੀ ਆ ਕਹਾਂਗੇ ਕਿ ਜਿਹੜੀ ਫਾਦਰ ਆਫ
ਇੰਟੈਲੀਜੈਂਸ ਟੈਸਟ ਹੈ, ਇੰਡੀਵਿਜੂਅਲ ਇੰਟੈਲੀਜੈਂਸ ਟੈਸਟ, ਉਹ ਸੀਗਾ ਅਲਫਰਡ ਬਿਨਟ, ਇੱਕ ਫ੍ਰੈਂਚ ਸਾਈਕੋਲੋਜਿਸਟ। ਤੇ ਇਹਦਾ ਆਨਸਰ ਕੀ ਆਏਗਾ? ਸੀ ਆਪਸ਼ਨ 10ਵੇਂ ਕੁਐਸਚਨ ਦੀ। ਕੁਐਸਚਨ ਨੰਬਰ 11 ਕੀ ਆਪਣੇ ਕੋਲ ਦਿੱਤਾ ਹੋਇਆ, ਦੇਖਦੇ ਹਾਂ ਆਪਾਂ ਕੁਐਸਚਨ ਨੰਬਰ 11 ਹੁਣ। ਅਕੋਰਡਿੰਗ ਟੂ Vygotsky's theory, the process whereby two participants who begin a task with different understanding arrive at a shared understanding is known as। ਵਿਗੋਸਕੀ ਦੇ ਅਕੋਰਡਿੰਗ ਕਹਿੰਦਾ ਕਿ ਦੋ ਅਲੱਗ-ਅਲੱਗ ਜਿਹੜੇ ਉਹ ਇਸ ਕੰਮ ਨੂੰ ਸ਼ੁਰੂ ਕਰਦੇ ਆ, ਐਂਡ ਤੇ ਉਹ ਇੱਕ ਦੂਜੇ ਵਿਚਾਰਾਂ ਤੇ ਆ ਜਾਂਦੇ ਆ। ਪਹਿਲਾਂ ਵੱਖਰੀ ਵੱਖਰੀ ਸਮਝ ਨਾਲ ਕਰਦੇ ਸੀਗੇ, ਤਾਂ ਕਲੀਅਰ ਹੈ ਗੱਲ ਤੋਂ ਹੀ। ਤਾਂ ਇਹ ਕੀ ਹੋਊਗੀ? ਇੰਟਰ ਸਬਜੈਕਟਿਵਿਟੀ ਹੋਊਗੀ। ਅਲੱਗ-ਅਲੱਗ ਜਿਹੜੇ ਵਿਚਾਰ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਕਨੈਕਸ਼ਨ ਹੁੰਦਾ ਉਹਨੂੰ ਆਪਾਂ ਇੰਟਰ ਸਬਜੈਕਟਿਵਿਟੀ ਬੋਲਦੇ ਹਾਂ। ਤਾਂ ਇਹਦਾ ਮਤਲਬ ਉਹਨਾਂ ਦੇ ਵਿੱਚ ਕੀ ਆ? ਆਪਸ ਵਿੱਚ ਜਿਹੜੀ ਇੰਟਰ ਕਨੈਕਸ਼ਨ ਬਣ ਜਾਂਦਾ, ਇੰਟਰ ਸਬਜੈਕਟਿਵਿਟੀ। ਬਾਕੀ ਟਰਮਾਂ ਵੀ ਉਹਨੇ ਇਹਦੇ ਵਿੱਚ, ਜਿਵੇਂ ਸਕੈਫੋਲਡਿੰਗ ਹੁੰਦੀ ਹੈ, ਟੈਂਪਰੇਰੀ ਹੈਲਪ ਕਿਸੇ ਨੂੰ ਦੇਣਾ, ਗਾਈਡਡ ਪਾਰਟੀਸਪੇਸ਼ਨ, ਕਿਸੇ ਨੂੰ ਪਾਰਟੀਸਪੇਸ਼ਨ ਨੂੰ ਕਹਿ ਕੇ ਪਾਰਟੀਸਪੇਸ਼ਨ ਦਿਵਾਉਣੀ ਹੈ, ਰੈਸਿਪੀ। ਤਾਂ ਇਹ ਟਰਮਾਂ ਅਲੱਗ ਨੇ, ਤਾਂ ਇਹਦਾ ਸਹੀ ਆਨਸਰ ਆਏਗਾ ਇੰਟਰ ਸਬਜੈਕਟਿਵਿਟੀ। ਅਲੱਗ-ਅਲੱਗ ਵਿਚਾਰਾਂ ਦੇ ਵਿੱਚ ਜਿਹੜਾ ਕਨੈਕਸ਼ਨ ਹੁੰਦਾ ਉਹਨੂੰ ਆਪਾਂ ਕੀ ਬੋਲਦੇ ਆ? ਇਹ ਵਿਗੋਸਕੀ ਨੇ ਦਿੱਤਾ ਸੀਗਾ। ਇਹ ਇੱਕ ਜਿਹੜਾ ਸੀਗਾ ਕੰਸਟਰਕਟਿਵਿਜ਼ਮ ਤੇ ਹੀ ਸੀਗਾ, ਜਿਹੜਾ ਵਿਗੋਸਕੀ ਦੀ ਜਿਹੜੀ ਥਿਊਰੀ ਆ ਆਪਾਂ ਨੂੰ ਪਤਾ ਹੈ। ਇਹਦੇ ਅਲੱਗ-ਅਲੱਗ ਇਹਦੇ ਵੀ ਐਲੀਮੈਂਟ ਦਿੱਤੇ ਹੋਏ ਸੀਗੇ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਕੁਐਸਚਨ ਨੰਬਰ 12 ਕੀ ਆ? ਅਕੋਰਡਿੰਗ ਟੂ ਲਾਵਰੈਂਸ ਕੋਹਲਬਰਗ, ਤਾਂ ਕੋਹਲਬਰਗ ਆ ਗਿਆ, children cannot maintain the constancy of their genders, they attain। ਤਾਂ ਮੈਂ ਥੋੜ੍ਹਾ ਜਿਹਾ ਇਹਨੂੰ ਜ਼ੂਮ ਘੱਟ ਕਰਦਾ ਕਿਉਂਕਿ ਕੁਐਸਚਨ ਦਾ ਪਤਾ ਨਹੀਂ ਲੱਗਦਾ ਆਪਾਂ ਨੂੰ। ਕਹਿੰਦਾ ਅਕੋਰਡਿੰਗ ਟੂ ਕੋਹਲਬਰਗ, ਚਿਲਡਰਨ ਕੈਨ ਨਾਟ ਮੇਨਟੇਨ ਦਾ ਕੌਨਸਟੈਂਸੀ ਆਫ ਦੇਅਰ ਜੈਂਡਰ, ਦੇ ਅਟੇਨ ਦਿਸ ਅੰਡਰਸਟੈਂਡਿੰਗ ਓਨਲੀ ਗ੍ਰੈਜੂਅਲੀ ਮੂਵਿੰਗ ਥਰੂ ਫੋਲੋਇੰਗ ਸਟੇਜਸ। ਤਾਂ ਜੈਂਡਰ ਦੇ ਬਾਰੇ ਜਿਹੜੀ ਸਮਝ ਹੈ ਬੱਚੇ ਦੀ, ਉਹ ਕੋਹਲਬਰਗ ਨੇ ਕਿਹਾ ਸੀ ਕਿ ਇਹਨਾਂ ਵਿੱਚ ਕਿਹੜੀ ਸਟੇਜ ਵਿੱਚ ਦੀ ਨਿਕਲਦੀ ਆ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਕਿ ਮੋਰਲ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਸੀਗੀ ਕੋਹਲਬਰਗ ਦੀ ਸੀਗੀ, ਹੈ ਨਾ। ਉਸ ਤੋਂ ਬਾਅਦ ਕੀ ਹੈ, ਇਹਨੇ ਇੱਕ ਜੈਂਡਰ ਦੇ ਬੇਸ ਜਿਹੜੀ ਆਪਣੀ ਥਿਊਰੀ ਦਿੱਤੀ ਸੀ। ਉਹਦੇ ਵਿੱਚ ਸੀ 3 ਜਿਹੜੀਆਂ ਸਟੇਜਸ ਸੀਗੀਆਂ। ਪਹਿਲੇ ਨੰਬਰ 'ਤੇ ਕੀ ਸੀ ਉਹਦੇ ਵਿੱਚ ਕਿ ਜੈਂਡਰ ਦੀ ਆਇਡੈਂਟੀਫਿਕੇਸ਼ਨ, ਫਿਰ ਉਹਦੇ ਕੋਲ ਕੀ ਸੀਗੀ ਜੈਂਡਰ ਦੀ ਸਟੇਬਿਲਿਟੀ, ਸੈਕੰਡ ਸਟੇਜ ਆ ਜਾਂਦੀ ਹੈ। ਔਰ ਥਰਡ ਜਿਹੜੀ ਆਪਣੇ ਕੋਲ ਆ ਜਾਂਦੀ ਹੈ, ਥਰਡ ਜਿਹੜੀ ਸਟੇਜ ਆਪਣੇ ਕੋਲ ਆ ਜਾਂਦੀ ਸੀਗੀ ਜੈਂਡਰ ਕੰਸਿਸਟੈਂਸੀ। ਤਾਂ ਚਾਰਾਂ ਦੇ ਵਿੱਚੋਂ ਪਹਿਲਾਂ ਜੈਂਡਰ ਲੇਬਲਿੰਗ ਆ ਗਈ, ਜਿਹਨੂੰ ਆਪਾਂ ਆਇਡੈਂਟੀਟੀ ਬੋਲਦੇ ਹਾਂ। ਫਿਰ ਕੀ ਸੀਗੀ ਜੈਂਡਰ ਦੀ ਸਟੇਬਿਲਿਟੀ। ਪਹਿਲਾਂ ਤਾਂ ਜੈਂਡਰ ਲੇਬਲਿੰਗ ਦੇ ਆਇਡੈਂਟੀਟੀ ਦੇ ਵਿੱਚ ਉਹਨੂੰ ਸਿਰਫ ਇਹੀ ਪਤਾ ਲੱਗਦਾ ਕਿ ਉਹਦੇ ਵਿੱਚ ਉਹ ਕਿਹੜਾ ਆ 2 ਸਾਲ ਦੀ ਉਮਰ ਤੱਕ ਜਿਹੜੀ ਜੈਂਡਰ ਲੇਬਿਲਿਟੀਜ਼ ਆਉਂਦੀਆਂ ਨੇ, ਆਇਡੈਂਟੀਟੀ ਆਉਂਦੀ ਆ, ਲੇਬਲਿੰਗ ਆਉਂਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ। ਹੁਣ ਸਿਰਫ ਇਹ ਪਤਾ ਹੁੰਦਾ ਕਿ ਆਹ ਬੁਆਏ ਅਤੇ ਆਹ ਗਰਲ ਹੈ। ਉਸ ਤੋਂ ਬਾਅਦ ਜੈਂਡਰ ਸਟੇਬਿਲਿਟੀ, ਇਹ ਉਸ ਤੋਂ ਬਾਅਦ ਵਾਲੀ ਏਜ ਦੇ ਵਿੱਚ ਆਉਂਦੀ ਹੈ। ਇੱਥੇ ਉਹਨੂੰ ਫਿਕਸ ਹੋ ਜਾਂਦਾ ਹੈ ਕਿ ਜਿਹੜੀ ਬੁਆਏ ਆ ਉਹ ਬੁਆਏ ਹੀ ਰਹੂਗਾ, ਜਿਹੜੀ ਗੱਲ ਆ ਉਹ ਗੱਲ ਹੀ। ਤਾਂ ਪਹਿਲੀ ਸਟੇਜ ਦੇ ਵਿੱਚ ਉਹਨੂੰ ਇਹ ਗੱਲ ਕਲੀਅਰ ਨਹੀਂ ਹੁੰਦੀ ਗੀ। ਉਹਨੂੰ ਇਹ ਹੁੰਦਾ ਕਿ ਸ਼ਾਇਦ ਮੈਂ ਮਤਲਬ ਹਮੇਸ਼ਾ ਇਸ ਤਰ੍ਹਾਂ ਸੈਕਸ ਨਾ ਰਹੂ, ਮਤਲਬ ਜਿਹੜਾ ਉਹਦਾ ਔਰਗਨ ਆ ਉਹ ਇਸ ਤਰ੍ਹਾਂ ਨਾ ਰਹੂਗਾ। ਸੈਕਿੰਡ ਹੈ ਜੈਂਡਰ ਸਟੇਬਿਲਿਟੀ। ਥਰਡ ਆਪਣੇ ਕੋਲ ਆ ਜਾਂਦਾ ਆ ਜੈਂਡਰ ਕੰਸਿਸਟੈਂਸੀ, ਆਪਣੇ ਕੋਲ ਆ ਜਾਂਦੀ ਹੈ। ਤਾਂ ਉਹਦੇ ਵਿੱਚ ਉਹਨੂੰ ਇੰਨੀ ਗੱਲ ਪਤਾ ਲੱਗ ਜਾਂਦੀ, ਚਾਹੇ ਗਰਲਜ਼ ਨੂੰ ਹੀ ਕੱਪੜੇ ਬॉयਜ਼ ਵਾਲੇ ਪਵਾ ਦਿਓ, ਕਿ ਇਹਦੀ ਜਿਹੜੀ ਹੈ ਇਹ ਕੰਸਿਸਟੈਂਸੀ ਇਹਦੇ ਵਿੱਚ ਹੈਗੀ ਹੈ ਕਿ ਜਿਹੜੀ ਕਾਸਮੈਟਿਕ ਚੇਂਜ ਆ ਦੈਟ ਵਿਲ ਨਾਟ ਚੇਂਜ ਦਾ ਸੈਕਸ, ਜਿਹਨੂੰ ਆਪਾਂ ਬੋਲਦੇ ਹਾਂ ਕਿ ਕਾਸਮੈਟਿਕ ਚੇਂਜ ਨੂੰ ਚੇਂਜ ਕਰਨ ਨਾਲ ਉਹਦਾ ਜਿਹੜਾ ਸੈਕਸ ਆ ਉਹ ਚੇਂਜ ਨਹੀਂ ਹੋਣਾ। ਠੀਕ ਹੈ। ਤਾਂ ਇਹਦੇ ਵਿੱਚ ਆਪਸ਼ਨਸ ਕੀ ਆ ਜੂਗੀ? ਪਹਿਲੇ ਨੰਬਰ 'ਤੇ ਆਪਣੇ ਕੋਲੇ ਕੀ ਆ ਜੂਗੀ ਜੈਂਡਰ ਲੇਬਲਿੰਗ, ਫਿਰ ਜੈਂਡਰ ਸਟੇਬਿਲਿਟੀ, ਫਿਰ ਕੀ ਆਊਗੀ ਜੈਂਡਰ ਕੰਸਿਸਟੈਂਸੀ। ਤਾਂ ਸੀ ਆਪਸ਼ਨ ਆਏਗੀ ਇਹਦੇ ਵਿੱਚ। ਠੀਕ ਹੈ। ਨੈਕਸਟ ਕੁਐਸਚਨ ਕੀ ਆਪਣੇ ਕੋਲ ਹੈਗਾ ਆ? ਕੁਐਸਚਨ ਨੰਬਰ 13 ਕੀ ਹੈ? ਦੇਅਰ ਆਰ 2 ਬੇਸਿਕ ਟਾਈਪਸ ਆਫ ਇੰਟਰਮੀਡੀਏਟ ਤਾਂ 13 ਕੁਐਸਚਨ ਕੀ ਹੈ? ਦੇਅਰ ਆਰ ਦਾ 2 ਬੇਸਿਕ ਟਾਈਪਸ ਆਫ ਇੰਟਰਮੀਡੀਏਟ ਰੀਇਨਫੋਰਸਮੈਂਟ ਸ਼ਡਿਊਲ। ਕਹਿੰਦੇ 2 ਬੇਸਿਕ ਟਾਈਪਸ ਦਿੱਤੇ ਰੀਇਨਫੋਰਸਮੈਂਟ ਸ਼ਡਿਊਲ ਦਿੱਤੇ ਹੋਏ ਆ, ਕੰਟੀਨਿਊਸ ਸ਼ਡਿਊਲ ਐਂਡ ਇੰਟਰਵਲ ਸ਼ਡਿਊਲ। ਇੰਟਰਵਲ ਸ਼ਡਿਊਲਸ ਐਂਡ ਰੇਸ਼ੋ ਸ਼ਡਿਊਲਸ ਆ ਗਏ ਆਪਣੇ ਕੋਲੇ, ਇੰਟਰਵਲ ਸ਼ਡਿਊਲਸ ਐਂਡ ਸਲੋਟ ਸ਼ਡਿਊਲਸ ਆ ਗਏ, ਸਲੋਟ ਸ਼ਡਿਊਲਸ ਐਂਡ ਕੰਟੀਨਿਊਸ ਸ਼ਡਿਊਲਸ ਆ ਗਏ। ਤਾਂ ਇਹਨਾਂ ਦੇ ਵਿੱਚੋਂ ਕਿਹੜੇ ਹੈਗੇ ਜਿਹੜੇ ਆਪਾਂ 2 ਲੈਣੇ ਆ? ਤਾਂ ਪਹਿਲੇ ਨੰਬਰ 'ਤੇ ਕੰਟੀਨਿਊਸ ਸ਼ਡਿਊਲਸ। ਇਹ ਰੀਇਨਫੋਰਸਮੈਂਟ ਦੀਆਂ ਟਾਈਪਸ ਹੁੰਦੀਆਂ ਜਦੋਂ ਆਪਾਂ ਲਰਨਿੰਗ ਥਿਊਰੀ ਕਰਦੇ ਹਾਂ। ਤਾਂ ਖਾਸ ਤੌਰ 'ਤੇ ਜਦੋਂ ਆਪਾਂ ਬਿਹੇਵੀਅਰਿਜ਼ਮ ਦੀ ਗੱਲ ਕਰਦੇ ਹਾਂ, ਓਪਰੈਂਟ ਕੰਡੀਸ਼ਨਿੰਗ ਦੀ ਗੱਲ ਕਰਦੇ ਹਾਂ, ਸਕਿਨਰ ਵਾਲੀਆਂ ਜਿਹੜੀਆਂ ਥਿਊਰੀਜ਼ ਹੁੰਦੀਆਂ ਉਹਨਾਂ ਵਿੱਚ ਇਹਦੀ ਬਹੁਤ ਡਿਟੇਲ ਦਿੱਤੀ ਹੋਈ ਆ। ਤਾਂ ਫਿਲਹਾਲ ਆਪਾਂ ਇੱਥੇ
ਥੋੜ੍ਹਾ ਜਿਹਾ ਪੜ੍ਹਦੇ ਹਾਂ, ਕੰਟੀਨਿਊਸ ਹੁੰਦੀ ਜਿਹੜੀ ਨਾਲ ਆਪਾਂ ਉਹਨੂੰ ਬੱਚੇ ਨੂੰ ਰੀਇਨਫੋਰਸਮੈਂਟ ਦੇਈ ਜਾਂਦੇ ਹਾਂ। ਇੰਟਰਵਲ ਹੁੰਦੀ ਜਿਹੜੀ ਇੱਕ ਫਿਕਸ ਇੰਟਰਵਲ ਤੇ ਇੱਕ ਫਿਕਸ ਟਾਈਮ ਤੇ ਵੀ ਤੂੰ 3 ਕੁਐਸਚਨ ਜਾਂ 5 ਕੁਐਸਚਨ ਕਰੇਗਾ, ਫਿਰ ਅਗਲੇ 5 ਕਰੇਗਾ, ਤੈਨੂੰ ਮਤਲਬ ਰਿਵਾਰਡ ਮਿਲੂਗਾ, ਜਾਂ ਮਤਲਬ ਪਨਿਸ਼ਮੈਂਟ ਤਾਂ ਨਹੀਂ ਰੀਇਨਫੋਰਸਮੈਂਟ ਦੇ ਵਿੱਚ ਆਉਂਦੀ। ਤਾਂ ਆਪਾਂ ਕਹਿੰਦੇ ਕਿ ਉਹਨੂੰ ਜਿਹੜੇ ਰਿਵਾਰਡ ਜਿਹੜੇ ਆ ਆਪਾਂ ਮਿਲਦੇ ਆ। ਤਾਂ ਇਹ ਤਾਂ ਹੋਈ ਇੰਟਰਵਲ ਸ਼ਡਿਊਲ। ਉਸ ਤੋਂ ਬਾਅਦ ਇੰਟਰਵਲ ਸ਼ਡਿਊਲ ਦੇ ਨਾਲ ਆ ਗਈ ਰੇਸ਼ੋ ਸ਼ਡਿਊਲਸ ਆ ਗਈਆਂ। ਤਾਂ ਇਹ ਜਿਹੜੀਆਂ ਨਾ ਜ਼ਿਆਦਾ ਬੈਟਰ ਇਹ ਆ। ਇਹਦਾ ਕੀ ਕਾਰਨ ਹੈ ਕਿ ਇੰਟਰਵਲ ਸ਼ਡਿਊਲ ਹੋ ਗਏ ਵੀ ਉਹਨੂੰ ਬੱਚੇ ਨੂੰ ਆਪਾਂ ਕਹਿ ਦੋ ਤੂੰ ਇੰਨਾ ਕੰਮ ਕਰਿਆ ਤੈਨੂੰ ਰਿਵਾਰਡ ਮਿਲੂਗਾ, ਠੀਕ ਹੈ, ਉਹ ਕਰੂਗਾ ਕਿ ਮੈਨੂੰ ਇੰਨਾ ਕੰਮ ਕਰਿਆ ਰਿਵਾਰਡ ਮਿਲਣਾ ਹੀ ਮਿਲਣਾ। ਬਟ ਇਹਦੇ 'ਚ ਇਹ ਹੋ ਸਕਦਾ ਕਿ ਉਹ ਕੰਮ ਗਲਤ ਕਰਕੇ ਲਿਆਵੇ, ਕਹਿ ਦੂਗਾ ਜੀ ਮੈਂ ਤਾਂ ਕੀਤਾ ਸੀਗਾ। ਪਰ ਜਿਹੜਾ ਰੇਸ਼ੋ ਸ਼ਡਿਊਲਸ ਆ ਉਹਦੇ ਵਿੱਚ ਜਿਵੇਂ ਆਪਾਂ ਸਕਿਨਰ ਦੇ ਵਿੱਚ ਉਹਦੀ ਪ੍ਰੋਗਰਾਮ ਲਰਨਿੰਗ ਹੈਗੀ ਆ, ਤਾਂ ਜੇ ਤੁਸੀਂ 3 ਕੁਐਸਚਨ ਠੀਕ ਕਰਦੇ ਹੋ ਤਾਂ ਤੁਹਾਨੂੰ ਆਹ ਰਿਵਾਰਡ ਮਿਲੂਗਾ, ਠੀਕ ਹੈ। ਜੇ ਨੈਕਸਟ 4 ਕਰੋਗੇ ਤੇ 4 ਦੇ 4 ਠੀਕ ਕਰੂਗਾ ਤਾਂ ਤੁਸੀਂ ਨੈਕਸਟ ਸਟੈਪ 'ਤੇ ਕਿਵੇਂ ਜਾਣਾ, ਜਿਵੇਂ ਗੇਮਸ ਦੇ ਵਿੱਚ ਹੁੰਦਾ, ਜਿਵੇਂ ਬੱਚੇ ਆ ਗੇਮ ਖੇਡਦੇ ਆ। ਤਾਂ ਇਹਦਾ ਆਨਸਰ ਆਏਗਾ 13 ਕੁਐਸਚਨ ਦਾ ਜਿਹੜਾ ਬੇਸਿਕ ਦੇ ਵਿੱਚ ਆਏਗਾ ਉਹ ਆਏਗਾ ਬੀ ਆਪਸ਼ਨ, ਇੰਟਰਵਲ ਸ਼ਡਿਊਲਸ ਐਂਡ ਰੇਸ਼ੋ ਸ਼ਡਿਊਲਸ ਆ ਗਈਆਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ, ਕੀ ਦਿੱਤਾ ਹੋਇਆ ਨੈਕਸਟ ਕੁਐਸਚਨ ਨੰਬਰ 14 ਕਹਿੰਦਾ ਪਰਸਨਲ ਫੈਕਟਰਸ, ਧਿਆਨ ਨਾਲ ਪੜ੍ਹੋ ਇਹਨੂੰ। ਪਰਸਨਲ ਫੈਕਟਰਸ ਦਾ ਫਿਜ਼ੀਕਲ and the social environment and behavior all influence and are influenced by each other। ਕਹਿੰਦਾ ਕਿ ਪਰਸਨਲ ਬਿਹੇਵੀਅਰ, ਫਿਜ਼ੀਕਲ ਤੇ ਸੋਸ਼ਲ ਇਨਵਾਇਰਮੈਂਟ ਅਤੇ ਬਿਹੇਵੀਅਰ ਜਿਹੜੇ ਹੁੰਦੇ ਆ ਇਹ ਕੀ ਕਰਦੇ, ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਆ, ਹੈ ਨਾ। ਤਾਂ ਇਸ ਟਰਮ ਨੂੰ, ਇਸ ਇੰਟਰੈਕਸ਼ਨ ਆਫ ਫੋਰਸ ਨੂੰ ਕੀ ਕਿਹਾ ਸੀਗਾ, ਮਾਡਲਿੰਗ ਕਿਹਾ ਸੀਗਾ, ਸਟਰੈਂਥਿੰਗ ਇਨਹਿਬਿਸ਼ਨ ਕਿਹਾ ਸੀਗਾ, ਰੈਸੀਪ੍ਰੋਕਲ ਡਿਟਰਮਿਨਾਈਜ਼ ਕਿਹਾ ਸੀ, ਜਾਂ ਰਿਪਲ ਇਫੈਕਟ ਕਿਹਾ ਸੀਗਾ। ਤਾਂ ਮਾਡਲਿੰਗ ਪਹਿਲਾਂ ਕੀ ਸੀਗੀ, ਮਾਡਲਿੰਗ ਤਾਂ ਸਿੰਪਲ ਉਹਨੇ ਕਿਹਾ ਸੀਗਾ ਕਿ ਆਪਾਂ ਜਦੋਂ ਲਰਨਿੰਗ ਕਰਦੇ ਹਾਂ, ਕਿਸੇ ਨੂੰ ਵੇਖਦੇ ਹਾਂ, ਉਹਦੇ ਅਕੋਰਡਿੰਗ ਆਪਾਂ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਤਾਂ ਹੋ ਗਈ ਮਾਡਲਿੰਗ। ਸਟਰੈਂਥਿੰਗ ਇਨਹਿਬਿਸ਼ਨਸ ਦੇ ਵਿੱਚ ਆਪਣੇ ਕੋਲੇ ਕਿਸੇ ਵੀ ਚੀਜ਼ ਨੂੰ ਆਪਾਂ ਜਿਹੜੀ ਆਪਾਂ ਕੋਈ ਵੀ ਚੀਜ਼ ਇਨਹਿਬਿਟ ਕਰਦੇ ਹਾਂ, ਕੋਈ ਵੀ ਚੀਜ਼ ਨੂੰ ਆਪਾਂ ਰੋਕਦੇ ਹਾਂ, ਹੈ ਨਾ, ਵੀ ਇਸ ਤਰ੍ਹਾਂ ਨਹੀਂ ਕਰਨਾ। ਤਾਂ ਰੈਸੀਪ੍ਰੋਕਲ ਡਿਟਰਮਿਨਾਈਜ਼ ਦੇ ਵਿੱਚ ਕੀ ਆ ਜਾਂਦਾ, ਪਰਸਨਲ ਬਿਹੇਵੀਅਰ ਜਿਹੜਾ ਕੀ ਹੈ ਇਨਫਲੂਐਂਸ ਕਰਦਾ ਹੈ ਪਰਸਨਲ ਫੈਕਟਰ ਨੂੰ ਤੇ ਸੋਸ਼ਲ এনवायरमेंट ਨੂੰ। ਜਿਹੜੀ ਰੈਸੀਪ੍ਰੋਕਲ ਡਿਟਰਮਿਨਾਈਜ਼ ਦੀ ਡੈਫੀਨੇਸ਼ਨ ਹੀ ਆਪਣੇ ਆਪ ਦੇ ਵਿੱਚ ਇਹ ਦਿੱਤੀ ਹੋਈ ਸੀਗੀ। ਤਾਂ ਥਰਡ ਸੀ ਆਪਸ਼ਨ ਇਹਦੀ ਆਏਗੀ। ਰਿਪਲ ਇਫੈਕਟ ਹੋਰ ਚੀਜ਼ ਹੁੰਦੀ ਆ, ਉਹ ਵੀ ਸਰਾਊਂਡਿੰਗ ਦੇ ਨਾਲ ਰਿਲੇਟਡ ਹੀ ਹੁੰਦੀ ਆ। 15th ਕੁਐਸਚਨ ਆਪਣੇ ਕੋਲੇ ਕੀਤਾ ਹੋਇਆ, ਕਹਿੰਦਾ ਇਹ ਟੀਚਰ ਵਾਂਟਸ ਟੂ ਨੋ ਅਬਾਊਟ ਦਾ ਲੈਵਲ ਆਫ ਅਕੰਪਲਿਸ਼ਮੈਂਟ ਅਟੇਨਡ ਇਨ ਹਰ ਸਬਜੈਕਟਸ ਆਫਟਰ ਦਾ ਕੰਪਲੀਸ਼ਨ ਆਫ ਸੈਸ਼ਨ ਜਾਂ ਟਰਮ, ਸ਼ੀ ਟੇਕਸ ਏ ਟੈਸਟ ਟੂ ਕੰਪਲੀਟ ਦਿਸ ਸਬਜੈਕਟ, this objective, the type of assessment she is doing is typically। ਤਾਂ ਇਹ ਤਾਂ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ ਕਿ ਕੋਈ ਅਧਿਆਪਕ ਹੈਗੀ ਆ, ਉਹਨੇ ਐਂਡ ਤੇ ਆਪਣੇ ਸੈਸ਼ਨ ਦੇ ਐਂਡ ਤੇ, ਸੈਸ਼ਨ ਜਾਂ ਟਰਮ ਐਂਡ ਦਿੱਤੀ ਹੋਈ ਆ, ਤੇ ਧਿਆਨ ਨਾਲ ਦੇਖੋ ਸੈਸ਼ਨ ਜਾਂ ਟਰਮ ਐਂਡ ਤੇ ਇਹ ਦੇਖਣਾ ਕਿ ਉਹਦਾ ਜਿਹੜਾ ਉਹਨੇ ਆਪਣਾ ਸਬਜੈਕਟ ਜਾਂ ਜਿਹੜਾ ਉਹਦਾ ਆਬਜੈਕਟਿਵ ਸੀਗਾ ਉਹ ਕੰਪਲੀਟ ਕੀਤਾ ਕਿ ਨਹੀਂ, ਆਪਣੇ ਕੰਮ ਨੂੰ ਜਾਂ ਆਪਣੇ ਦੇਸ਼ ਦੀ ਪ੍ਰਾਪਤੀ ਕੀਤੀ, ਉਦੇਸ਼ ਦੀ ਪ੍ਰਾਪਤੀ ਕੀਤੀ ਹੈ ਕਿ ਨਹੀਂ। ਤਾਂ ਕਿਹੜੀ ਅਸੈਸਮੈਂਟ ਟੈਸਟ ਯੂਜ਼ ਕਰੂ, ਤਾਂ ਇਹ ਸਮੇਟਿਵ ਅਸੈਸਮੈਂਟ ਆ ਜਾਂਦੀ। ਬਾਕੀ ਤੁਹਾਨੂੰ ਕਲੀਅਰ ਹੀ ਆ, ਫਾਰਮੇਟਿਵ ਅਸੈਸਮੈਂਟ ਦੇ ਨਾਲ ਆਪਾਂ ਕਰੀ ਜਾਂਦੇ ਹੁਣ। ਟੈਕਸਟ ਬੁੱਕ ਅਸੈਸਮੈਂਟ ਹੁੰਦਾ ਇੱਕ ਪਾਰਟੀਕੂਲਰ ਬੁੱਕ ਦੇ ਉੱਪਰੋਂ, ਹੈ ਨਾ, ਤਾਂ ਇਹਦੇ ਵਿੱਚ ਸਮੇਟਿਵ ਅਸੈਸਮੈਂਟ ਆ ਜਾਏਗੀ। ਤਾਂ ਇਹਦੇ ਨਾਲ ਤੁਹਾਡਾ ਕੁਐਸਚਨ ਨੰਬਰ 15 ਕੰਪਲੀਟ ਹੋ ਗਿਆ। ਉਮੀਦ ਕਰਦਾ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ। ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ, ਕੁਐਸਚਨ ਨੰਬਰ 16। Which of the following is not an example of text for learning and ਵਰਬਲ ਇਨਫੋਰਮੇਸ਼ਨ। ਕਹਿੰਦਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਇੱਕ ਐਗਜ਼ਾਮਪਲ ਨਹੀਂ ਗੀ ਕਾਹਦੀ ਵਰਬਲ ਲਰਨਿੰਗ ਦੀ ਦੇ ਟੈਕਸਟ ਜਿਹੜੇ ਹੁੰਦੇ ਉਹਨਾਂ ਦੇ ਵਿੱਚ। ਤਾਂ ਪਹਿਲੀ ਆਪਸ਼ਨ ਹੈਗੀ ਅਟੈਂਸ਼ਨ ਫੋਕਸਿੰਗ ਬਾਈ ਮੇਕਿੰਗ ਦਾ ਆਊਟਲਾਈਨਸ ਐਂਡ ਅੰਡਰਲਾਈਨਸ, ਇਹ ਬਿਲਕੁਲ ਸਹੀ ਹੈ। ਇਹ ਐਗਜ਼ਾਮਪਲ ਹੈਗੀ ਆਪਾਂ ਆਊਟਲਾਈਨ ਤੇ ਅੰਡਰਲਾਈਨ ਕਰਦੇ ਹਾਂ। ਸਕੈਮਾ ਬਿਲਡਿੰਗ ਬਾਈ ਸਟੋਰੀ ਗ੍ਰਾਮਰ, ਇਹ ਵੀ ਸਹੀ ਹੈ। ਨੈਕਸਟ ਆਪਸ਼ਨ ਹੈਗੀ ਆਪਣੇ ਕੋਲ ਆਈਡੀਆ ਲਿਬਰੇਸ਼ਨ ਬਾਏ ਸੈਲਫ ਕੁਐਸਚਨਿੰਗ ਐਂਡ ਇਮੈਜਨਰੀ, ਔਰ ਇਹ ਵੀ ਆਪਾਂ ਆਪਣੇ ਕੋਲ ਸੈਲਫ ਕੁਐਸਚਨਿੰਗ ਕਰਕੇ ਉਸ ਚੀਜ਼ ਨੂੰ ਯਾਦ ਕਰਦੇ ਕਿ ਆਪਾਂ ਨੂੰ ਕਿਹੜੀ ਚੀਜ਼ ਆਉਂਦੀ ਕਿਹੜੀ ਨਹੀਂ ਆਉਂਦੀ, ਜਿਹੜੀ ਆਪਾਂ ਖਾਸ ਤੌਰ 'ਤੇ ਵਰਬਲ ਇਨਫੋਰਮੇਸ਼ਨ ਦੀ ਗੱਲ ਕਰਦੇ ਹਾਂ, ਜਿਹਨੂੰ ਆਪਾਂ ਲਰਨ ਕਰਦੇ ਹਾਂ ਵਰਬਲੀ। ਅਤੇ ਲਾਸਟ ਹੈਗਾ ਪੈਟਰਨ ਲਰਨਿੰਗ ਬਾਏ ਹਾਈਪੋਥੇਸਿਸ। ਇਹਦੇ ਵਿੱਚ ਆਪਾਂ ਕੋਈ ਪੈਟਰਨ ਲਰਨਿੰਗ ਨਹੀਂ ਕਰਦੇਗੇ, ਆਪਾਂ ਇਹਦੇ ਵਿੱਚ ਕੋਈ ਕਲਪਨਾ ਨਹੀਂ ਕਰਦੇਗੇ, ਆਪਾਂ ਸਿਰਫ ਉਹਨੂੰ ਸਿੱਖਦੇ ਹਾਂ। ਤਾਂ ਇਸ ਕੁਐਸਚਨ ਦੀ ਤੁਹਾਡੇ ਕੋਲ ਆਪਸ਼ਨ ਆ ਜਾਏਗੀ ਡੀ ਆਪਸ਼ਨ। ਨੈਕਸਟ ਕੁਐਸਚਨ ਹੈਗਾ 17। 17ਵਾਂ ਕੁਐਸਚਨ ਕੀ, ਡੈਸ਼ ਇਜ਼ ਜਨਰਲੀ ਨਾਟ ਐਸੋਸੀਏਟਡ ਵਿਦ ਦੀ ਕੰਸਟਰਕਟਿਵਿਜ਼ਮ। ਕਹਿੰਦਾ ਕਿ ਜਿਹੜੀਆਂ ਨੀਚੇ ਆਪਣਾ ਆਪਸ਼ਨ ਦਿੱਤੀਆਂ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਹੈਗਾ ਆ ਉਹ ਰਚਨਾਵਾਦ ਦੇ ਨਾਲ ਸੰਬੰਧਿਤ ਨਹੀਂ ਹੈ। ਜਿਹੜਾ ਆਪਾਂ ਬੋਲਦੇ ਹਾਂ ਨਿਰਮਾਣਵਾਦ ਜਿਹਨੂੰ ਬੋਲਦੇ ਹਾਂ ਕੰਸਟਰਕਟਿਵਿਜ਼ਮ ਦਾ, ਆਪਾਂ ਨੂੰ ਪਤਾ ਬਿਹੇਵੀਅਰਿਜ਼ਮ ਵੀ ਹੁੰਦੇ, ਕੰਸਟਰਕਟਿਵਿਜ਼ਮ ਵੀ ਹੁੰਦੀਆਂ ਨੇ ਕੋਈ ਥਿਊਰੀਜ਼, ਔਰ ਕੁਝ ਉਹਨਾਂ ਦੇ ਇਨ ਬਿਟਵੀਨ ਵੀ ਹੁੰਦੀਆਂ।
ਤਾਂ ਇਹਦੇ ਵਿੱਚ ਆਪਾਂ ਨੂੰ ਬਿਲਕੁਲ ਸਿੱਧੀ ਗੱਲ ਕਲੀਅਰ ਹੈ, ਕਲਾਸੀਕਲ ਜਿਹੜੀ ਕੰਡੀਸ਼ਨ ਹੈ ਇਹ ਪਿਓਰਲੀ ਬਿਹੇਵੀਅਰਿਜ਼ਮ ਤੇ ਸੀ, ਵਿਵਹਾਰਵਾਦ ਦੇ ਉੱਪਰ ਸੀਗੀ। ਤਾਂ ਇਹ ਜਿਹੜੀ ਹੈਗੀ ਹੈ ਕੰਸਟਰਕਟਿਵਿਜ਼ਮ ਦੇ ਵਿੱਚ ਨਹੀਂ ਆਏਗੀ। ਤਾਂ 17 ਕੁਐਸਚਨ ਦਾ ਆਨਸਰ ਕੀ ਆ ਜਾਏਗਾ? ਡੀ। ਨੈਕਸਟ ਕੁਐਸਚਨ ਕੀ, ਕੁਐਸਚਨ ਨੰਬਰ 18, ਦ ਅਬਿਲਿਟੀ ਟੂ ਥਿੰਕ ਅਬਾਊਟ ਲੈਂਗੁਏਜ ਐਜ ਏ ਸਿਸਟਮ। ਲੈਂਗੁਏਜ ਨੂੰ ਇੱਕ ਸਿਸਟਮ ਦੀ ਤਰ੍ਹਾਂ ਜਿਹੜੀ ਸੋਚਣ ਦੀ ਕਾਬਲੀਅਤ ਦਾ ਪ੍ਰਬੰਧ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਹੋਊਗੀ? ਭਾਸ਼ਾ ਦੇ ਬਾਰੇ ਸੋਚਣ ਦੀ ਕਾਬਲੀਅਤ ਦਾ ਪ੍ਰਬੰਧ ਦੱਸਣਾ ਆਪਾਂ, ਉਹਦੀ ਜਿਹੜੀ ਆ ਐਜ ਏ ਸਿਸਟਮ ਦੱਸਣਾ। ਜਿਵੇਂ ਇਹਦੇ 'ਚ ਪਹਿਲਾਂ ਆਪਾਂ ਨੇ ਦਿੱਤਾ ਹੈ ਰੈਫਰੈਂਸ਼ੀਅਲ ਕਮਿਊਨੀਕੇਸ਼ਨ, ਇਹ ਨਹੀਂ ਹੁੰਦੀ, ਇਹ ਹੁੰਦੀ ਹੈ ਕਿ ਕਿਸੇ ਨੇ ਆਪਾਂ ਸਪੈਸੀਫਿਕ ਇਨਫੋਰਮੇਸ਼ਨ ਨੂੰ ਪ੍ਰੋਵਾਈਡ ਕਰਨ ਦੀ ਜਿਹੜੀ ਆਪਣੀ ਕਾਬਲੀਅਤ ਹੁੰਦੀ ਉਹ ਹੁੰਦੀ ਆ। ਕਿਸੇ ਵੀ ਸਪੈਸੀਫਿਕ ਇਨਫੋਰਮੇਸ਼ਨ, ਇੱਕ ਪਰਟੀਕੂਲਰ ਇਨਫੋਰਮੇਸ਼ਨ 'ਤੇ ਕੰਮ ਕਰਦੀ, ਰੈਫਰੈਂਸ ਦਿੰਦੇ ਆ ਜਿੱਥੇ ਵਰਡ ਬਣਿਆ ਰੈਫਰੈਂਸ਼ੀਅਲ ਕਮਿਊਨੀਕੇਸ਼ਨ। ਸਪੀਚ ਰਜਿਸਟਰ ਕੀ ਹੁੰਦਾ? ਇਹ ਆਪਾਂ ਦੇਖਣਾ ਹੁੰਦਾ ਕਿਸੇ ਨਾਲ ਆਪਣਾ ਕਿਵੇਂ ਦਾ ਰਿਲੇਸ਼ਨ ਆ, ਉਹਦੇ ਅਕੋਰਡਿੰਗਲੀ ਟਾਕ ਕਰਨੀ ਹੁੰਦੀ ਆ। ਬਾਈਲੈਂਗੁਅਲਿਜ਼ਮ ਆਪਾਂ ਨੂੰ ਪਤਾ ਹੀ ਕਿ ਦੋ ਭਾਸ਼ੀ ਹੋ ਗਈ। ਤਾਂ ਮੈਟਾ ਲਿੰਗੁਇਸਟਿਕ ਅਵੇਅਰਨੈਸ ਜਿਹੜੀ ਹੁੰਦੀ ਹੈ, ਬਹੁਤ ਸਾਰੀਆਂ ਭਾਸ਼ਾਵਾਂ ਬਾਰੇ ਜਾਣਕਾਰੀ, ਉਹਨਾਂ ਦਾ ਡੀਪਲੀ ਅੰਡਰਸਟੈਂਡਿੰਗ, ਉਹਨਾਂ ਬਾਰੇ ਤੁਹਾਨੂੰ ਪਤਾ ਹੋਵੇ, ਤਾਂ ਇਹ ਇੱਕ ਪੂਰੇ ਪ੍ਰਬੰਧ ਦਾ ਜਿਹੜਾ ਹੁੰਦਾ ਹੈ ਆਪਣੇ ਕੋਲ ਐਬਿਲਿਟੀ ਹੁੰਦੀ ਹੈ। ਤਾਂ ਇਸ ਕਰਕੇ ਇਸ ਕੁਐਸਚਨ ਦੀ ਜਿਹੜੀ ਆਪਸ਼ਨ ਤੁਹਾਡੇ ਕੋਲ ਕੀ ਆ ਜਾਏਗੀ? ਡੀ ਆਪਸ਼ਨ ਆ ਜਾਏਗੀ। ਨੈਕਸਟ ਕੁਐਸਚਨ ਨੰਬਰ 19, ਮੈਸਟਰੀ ਓਰੀਐਂਟਡ ਸਟੂਡੈਂਟ ਟੈਂਡਸ ਟੂ ਵੈਲਿਊ ਅਚੀਵਮੈਂਟ ਐਂਡ ਸੀ ਐਬਿਲਿਟੀ ਐਜ਼ ਇੰਪਰੂਵੇਬਲ ਸੋ ਦੇ ਫੋਕਸ ਔਨ। ਕਹਿੰਦਾ ਕਿ ਮਹਾਰਤ ਪ੍ਰਾਪਤ ਵਿਦਿਆਰਥੀਆਂ ਲਈ ਨੈਤਿਕ ਉਪਲਬਧੀ, ਵੈਲਿਊ ਅਚੀਵਮੈਂਟ ਨੂੰ ਦੇਖਣਾ ਜਾਂ ਦੇਖਣ ਦੀ ਯੋਗਤਾ ਦਾ ਵਿਕਾਸ, ਤਾਂ ਉਹ ਕਿਸ ਧਿਆਨ 'ਤੇ ਕੇਂਦਰਿਤ ਕਰਨ। ਤਾਂ ਇਹਦੇ ਵਿੱਚ ਆਪਣੇ ਕੋਲ ਆਪਸ਼ਨ ਦਿੱਤੀ ਹੈ ਐਕਸੈਪਸ਼ਨਸ ਆਫ ਅਦਰ ਐਂਡ ਹੈਵ ਨੋ ਗੋਲਸ। ਤਾਂ ਇਹ ਬਿਲਕੁਲ ਗਲਤ ਹੈ। ਆਪਣੇ ਕੋਲੇ ਕੀ ਆ ਜਾਏਗੀ? ਇਹਦੀ ਆਪਸ਼ਨ ਆਏਗੀ ਬੀ, ਮਾਸਟਰੀ ਗੋਲਸ ਇਨ ਆਰਡਰ ਟੂ ਇਨਕਰੀਜ਼ ਦਾ ਦੇਅਰ ਸਕਿੱਲਸ ਐਂਡ ਐਬਿਲਿਟੀ। ਉਹਨਾਂ ਨੂੰ ਆਪਣੀ ਜਿਹੜੀ ਉਹ ਸਕਿੱਲਸ ਹੈ ਅਤੇ ਐਬਿਲਿਟੀ ਨੂੰ ਇੰਪਰੂਵ ਕਰਨ ਦੀ ਜਿਹੜੀ ਯੋਗਤਾ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਕੁਐਸਚਨ ਨੰਬਰ ਆਪਣੇ ਕੋਲ ਆ ਗਿਆ 20th ਕੀ ਹੈ? ਕੁਐਸਚਨ ਨੰਬਰ 20, ਵਾਈਲ ਅਸੈਸਿੰਗ ਕ੍ਰੀਏਟਿਵਿਟੀ ਆਫ ਐਨ ਇੰਡੀਵਿਜੂਅਲ ਅਕੋਰਡਿੰਗ ਟੂ ਟੋਲਰੈਂਸ ਔਨ ਏ ਗ੍ਰਾਫਿਕ ਟੈਸਟ, an individual might be given 30 semicircles and asked to create 30 different drawing. In another task, one may be asked to make a toy more fun to play with. The response to all these tasks would be scored for 3 aspects of divergent thinking, which are। ਤਾਂ ਟੋਟਲੀ ਇਹ ਕੀ ਦਿੱਤਾ ਹੋਇਆ? ਇੱਕ ਟੋਰੈਂਸ ਦਾ, ਜਿਹਨੂੰ ਆਪਾਂ TTCT ਟੈਸਟ ਵੀ ਬੋਲਦੇ ਹਾਂ, ਕ੍ਰੀਏਟਿਵਿਟੀ ਟੈਸਟ ਹੁੰਦੇ ਆ। ਇਸ ਟੈਸਟ ਦੇ ਵਿੱਚ ਕੀ ਹੁੰਦਾ? ਦੋ ਤਰ੍ਹਾਂ ਦੇ ਹੁੰਦੇ ਵੈਸੇ ਤਾਂ ਇਹ ਟੈਸਟ ਜਿਹੜੇ ਹੁੰਦੇ ਆ। ਅਸਲ ਦੇ ਵਿੱਚ ਇਹ ਟੈਸਟ ਹੁੰਦਾ ਕ੍ਰੀਏਟਿਵਿਟੀ ਨੂੰ ਮਾਪਣ ਦਾ। ਪਹਿਲਾਂ ਜਿਵੇਂ ਕ੍ਰੀਏਟਿਵਿਟੀ ਦੀ ਗੱਲ ਕਰੀਏ ਤਾਂ ਪਹਿਲਾਂ ਇੱਕ ਗਿਲਫੋਰਡਸ ਮਾਡਲ ਸੀਗਾ ਜਿਹੜਾ ਕ੍ਰੀਏਟਿਵਿਟੀ ਅਤੇ ਡਿਵਰਜੈਂਟ ਥਿੰਕਿੰਗ ਨੂੰ ਸੇਮ ਚੀਜ਼ ਕਰਦਾ ਸੀਗਾ। ਬਟ ਉਹਨੇ ਵੀ 3 ਕਿ 4 ਐਸਪੈਕਟ ਦਿੱਤੇ ਸੀ। ਉਸ ਤੋਂ ਬਾਅਦ ਟੋਰੈਂਸ ਨੇ 6 ਐਸਪੈਕਟਸ ਦਿੱਤੇ ਸੀਗੇ। ਬਟ ਉਹਨੇ ਇਹ ਗੱਲ ਕਲੀਅਰ ਕਰਤੀ ਸੀ ਕਿ ਜਿਹੜੀ ਡਾਇਵਰਜੈਂਟ ਥਿੰਕਿੰਗ ਹੈ ਦੈਟਸ ਡਿਫਰੈਂਟ ਫਰੋਮ ਦਾ ਕ੍ਰੀਏਟਿਵਿਟੀ। ਤਾਂ ਸਾਰਾ ਕੁਐਸਚਨ ਘੁਮਾ ਕੇ ਇਹਨਾਂ ਨੇ ਪਾਇਆ ਤਾਂ ਇਸ ਤਰ੍ਹਾਂ ਸਟੇਟਮੈਂਟ, ਬਟ ਹੈ ਕਿ ਉਹਦੇ ਟੈਸਟ ਬਾਰੇ ਆ ਔਰ ਉਹਦੇ 3 ਆਪਾਂ ਆਸਪੈਕਟ ਦੱਸਣੇ ਆ ਔਰ ਨਾਲ ਉਹਨੇ ਵਰਡ ਦਾ ਡਾਇਵਰਜੈਂਟ ਥਿੰਕਿੰਗ। ਤਾਂ ਆਪਾਂ ਇਹ ਕੀ ਹੈ, ਜਿਹੜੇ 3 ਆਸਪੈਕਟਸ ਹੈਗੇ ਆ ਟੋਰਸ ਦੇ, ਜਿਵੇਂ ਓਰੀਜਨੈਲਿਟੀ, ਫਲੂਐਂਸੀ ਅਤੇ ਫਲੈਕਸੀਬਿਲਿਟੀ, ਇਹ ਆਪਸ਼ਨ ਹੈ। ਇਹ ਤਿੰਨੇ ਆਸਪੈਕਟਸ ਉਹਦੇ ਵਿੱਚ ਆਉਂਦੇ ਆ। ਬਾਕੀ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਇੱਕ ਆਸਪੈਕਟਸ ਜਿਹੜਾ ਗਲਤ ਦਿੱਤਾ ਹੋਇਆ। ਪਰ ਓਰੀਜਨੈਲਿਟੀ ਹੁੰਦਾ ਕਿ ਉਹਦੇ ਜਿਹੜੇ ਆਈਡੀਆਜ਼ ਹੁੰਦੇ ਕਿਸੇ ਦੇ ਉਹ ਬਿਲਕੁਲ ਰੀਜਨਲ ਹੋਣ, ਪ੍ਰੈਕਟੀਕਲੀ ਹੁੰਦੇ ਹੋਣ, ਥਿੰਕਿੰਗ ਜਿਹੜੀ ਹੋਵੇ ਅਨਯੂਜ਼ਲ ਆਈਡੀਆ ਜਾਂ ਉਹਦੇ ਮਤਲਬ ਯੂਜ਼ ਹੁੰਦੀ ਹੋਵੇ। ਫਲੈਕਸੀਬਿਲਿਟੀ ਹੁੰਦੀ ਕਿ ਜਿਹੜੇ ਉਹਦੇ ਆਈਡੀਆਜ਼ ਹੁੰਦੇ ਉਹਨਾਂ ਦੇ ਵਿੱਚ ਕਿਤੇ ਕਿਤੇ ਫਲੈਕਸੀਬਲ, ਕਿਸੇ ਗੱਲ ਨੂੰ ਮੰਗਣ ਨੂੰ ਤਿਆਰ ਹੀ ਨਾ ਹੋਵੇ, ਆਪਦੇ ਅਕੋਰਡਿੰਗ ਚੇਂਜ ਕਰ ਲੇ। ਫਲੂਐਂਸੀਜ਼ ਹੁੰਦੀ ਹੈ। ਸਾਰੀ ਜਿਹੜੀ ਆਪਾਂ ਜਦੋਂ ਟੋਰੈਂਸ ਦੀ ਥਿਊਰੀ ਪੜ੍ਹਾਂਗੇ ਉਹਦੇ ਵਿੱਚ ਇਹਦੀ ਡਿਟੇਲ ਦਿੱਤੀ ਹੋਈ ਹੈ। ਤਾਂ ਇਹਦੇ ਵਿੱਚ ਜਿਹੜੇ 6 ਐਸਪੈਕਟ ਦੇ ਵਿੱਚ ਓਰੀਜਨੈਲਿਟੀ, ਫਲੂਐਂਸੀ ਅਤੇ ਫਲੈਕਸੀਬਿਲਿਟੀ 3 ਆਸਪੈਕਟਸ ਆ ਜਾਂਦੇ ਆ। ਨੈਕਸਟ ਕੁਐਸਚਨ ਕੀ ਹੈ? ਕੁਐਸਚਨ ਨੰਬਰ 21, ਇਨ ਵਨ ਆਫ ਦਾ ਸਟੱਡੀ ਡਿਜ਼ਾਈਨ ਬਾਏ ਇਲੀਨਰ ਗਿਬਸ ਐਂਡ ਰਿਚਵਾਕ 19 ਦੇ ਡਿਜ਼ਾਈਨ ਦਾ ਵਿਜ਼ੂਅਲ ਕਲਿੱਪ ਫਾਰ ਚਿਲਡਰਨ। ਤਾਂ ਇਹ ਕੁਐਸਚਨ ਜਿਹੜਾ ਦਿੱਤਾ ਹੋਇਆ ਇਹ ਵੀ ਇੱਕ ਐਕਸਪੈਰੀਮੈਂਟ ਬੇਸਡ ਹੀ ਹੈ। ਠੀਕ ਹੈ, ਉਹਨਾਂ ਨੇ ਕੀ ਕੀਤਾ ਸੀਗਾ, ਇਹ ਕਹਿੰਦਾ ਇਸ ਐਕਸਪੈਰੀਮੈਂਟ ਵਿੱਚ ਕੀ, ਇਟ ਸ਼ੋਡ ਦਾ ਬੇਬੀਜ਼ ਆਰ ਏਬਲ ਟੂ ਜੱਜ ਦਾ ਡਿਸਟੈਂਸ of object from one another and from themselves. This ability which helped them for understanding the layout of environment for guiding motor activity is termed as। ਤਾਂ ਟੋਟਲੀ ਹੀ ਜਿਹੜਾ ਐਕਸਪੈਰੀਮੈਂਟ ਹੈਗਾ ਇਹ ਡੈਪਥ ਪਰਸੈਪਸ਼ਨ, ਗਹਿਰੀ ਸਮਝ ਦੇ ਉੱਪਰ ਬੇਸਡ ਆ ਔਰ ਇਹਦੀ ਜਿਹੜੀ ਆਪਣੇ ਕੋਲ ਸੀ ਆਪਸ਼ਨ ਆਊਗੀ। ਔਰ ਇੱਕ ਐਕਸਲ ਵਿੱਚ ਐਕਸਪੈਰੀਮੈਂਟ ਹੈ ਸੀਗਾ ਕਿ ਜਿਹੜੇ ਛੋਟੇ ਬੱਚੇ ਹੁੰਦੇ ਆ, ਜਿਵੇਂ 2 ਤੋਂ 4 ਮੰਥ ਦੇ ਵਿੱਚ ਜਾਂ 6 ਮੰਥ ਦੇ ਵਿੱਚ 10 ਇਸ ਤਰ੍ਹਾਂ ਕਰਕੇ ਉਹਨਾਂ ਨੂੰ ਇੱਕ ਆਪਾਂ ਕਹਿ ਲਈਏ ਕਿ ਵਿਜ਼ੂਅਲੀ ਇਫੈਕਟ
ਜਿਵੇਂ ਉਹਨਾਂ ਨੂੰ ਇੱਕ ਮਤਲਬ ਬਿਠਾਇਆ ਜਾਂਦਾ ਕਿਸੇ ਟੇਬਲ 'ਤੇ, ਉਹਦੇ ਅੱਗੇ ਜਿਹੜੀ ਉਹਦੀ ਫਲੋਰ ਦਿਖਾਈ ਜਾਂਦੀ ਹੈ ਇਸ ਤਰ੍ਹਾਂ ਵੀ ਉਹ ਡੈਪਥ ਦੇ ਵਿੱਚ, ਡੂੰਘਾਈ ਦੇ ਵਿੱਚ ਆ, ਬੱਚਾ ਉਹਨੂੰ ਪਾਰ ਕਰਦਾ ਹੈ ਕਿ ਨਹੀਂ। ਤਾਂ ਉਹ 36 ਬੱਚਿਆਂ ਦਾ ਐਕਸਪੈਰੀਮੈਂਟ ਸੀ, ਇਹਦੀ ਵੀ ਪੂਰੀ ਡਿਟੇਲ ਹੈ। ਬਟ ਇਸ ਜਿਹੜੀ ਇਹ ਪੂਰੀ ਐਕਸਪੈਰੀਮੈਂਟ ਹੋਇਆ ਸੀ ਉਹਦਾ ਨਾਂ ਹੀ ਡੈਪਥ ਪਰਸੈਪਸ਼ਨਸ ਪਰੋਂ ਆਪਾਂ ਜਦੋਂ ਆਪਾਂ ਪੜ੍ਹਾਂਗੇ ਡੈਪਥ ਪਰਸੈਪਸ਼ਨ ਤਾਂ ਨਾਲ ਦੀ ਨਾਲ ਇਹਦਾ ਨਾਮ ਆ ਜਾਏਗਾ ਇਲੀਨਰ ਗਿਬਸ ਐਂਡ ਰਿਚਰਡ ਵਾਕ। ਤਾਂ ਇਹ ਸਾਰੇ ਦਾ ਸਾਰਾ ਉਸ 'ਤੇ ਬੇਸਡ ਹੈਗਾ ਸੀਗਾ। ਕੁਐਸਚਨ ਨੰਬਰ ਆਪਣੇ ਕੋਲ 22 ਆਪਣੇ ਕੋਲ ਕੀ ਹੈ, ਕਹਿੰਦਾ ਏ ਪ੍ਰੀ ਸਕੂਲ ਚਾਈਲਡ ਆਫਟਰ ਸੀਇੰਗ ਏ ਜੈਬਰਾ ਐਟ ਜ਼ੂ ਕਾਲਡ ਆਊਟ ਹਾਰਸ ਵਿਚ ਆਫ ਦਾ ਫੋਲੋਇੰਗ ਪ੍ਰੋਸੈਸ ਹੀ ਇਜ਼ ਯੂਜ਼ਿੰਗ। ਕਹਿੰਦਾ ਇੱਕ ਛੋਟਾ ਬੱਚਾ ਆ ਪ੍ਰੀ ਸਕੂਲ ਦਾ, ਉਹ ਜੈਬਰੇ ਨੂੰ ਦੇਖ ਲੈਂਦਾ ਕਿਸੇ ਜੂ ਦੇ ਵਿੱਚ, ਉਹ ਕਹਿੰਦਾ ਉਹਨੂੰ ਘੋੜਾ ਸਮਝ ਕੇ ਉਹਨੂੰ ਘੋੜਾ ਬੁਲਾਉਂਦਾ, ਹਾਰਸ ਬੁਲਾਉਂਦਾ ਆ। ਤਾਂ ਉਹ ਕਿਹੜਾ ਪ੍ਰੋਸੈਸ ਯੂਜ਼ ਕਰਦਾ? ਜਦੋਂ ਆਪਾਂ ਪਿਆਗੇ ਦੀਆਂ ਥਿਊਰੀਜ਼ ਪੜ੍ਹਦੇ ਸੀਗੇ ਕੋਗਨੀਟਿਵ ਥਿਊਰੀਜ਼, ਉਹਦੇ ਵਿੱਚ ਦੋ ਟਰਮਾਂ ਆਉਂਦੀਆਂ ਕੰਮੋਡੇਸ਼ਨ ਅਤੇ ਸਿਮੀਲੇਸ਼ਨ, ਅਤੇ ਆਰਗੇਨਾਈਜੇਸ਼ਨ ਅਤੇ ਸੀਰੇਸ਼ਨਸ ਵੀ ਹੁੰਦੀ ਹੈ। ਬਟ ਮੇਨ ਜਿਹੜੀ ਕੰਮੋਡੇਸ਼ਨ ਅਤੇ ਸਿਮੀਲੇਸ਼ਨ ਇਹਦੇ ਵਿੱਚੋਂ ਆ। ਅਸਲ ਦੇ ਵਿੱਚ ਕੀ ਹੁੰਦਾ, ਪਹਿਲੇ ਨੰਬਰ 'ਤੇ ਇਹਦਾ ਆਨਸਰ ਆਏਗਾ ਸਿਮੀਲੇਸ਼ਨ। ਸਿਮੀਲੇਸ਼ਨ ਕੀ ਹੁੰਦਾ ਕਿ ਜਿਹੜੀ ਵੀ ਆਪਣੇ ਮਾਈਂਡ ਦੇ ਵਿੱਚ, ਕਹਿੰਦਾ ਕਿ ਜਿਹੜੀ ਬੱਚੇ ਦੇ ਮਾਈਂਡ ਦੇ ਵਿੱਚ ਆਲਰੇਡੀ ਨੌਲੇਜ ਹੈਗੀ ਆ, ਉਸ ਨੌਲੇਜ ਦੇ ਵਿੱਚ ਉਹ ਆਪਦੀ ਕੀ ਕਰਦਾ, ਹੋਰ ਜਿਹੜੀ ਚੀਜ਼ ਨੂੰ ਆਈਡੀਆਜ਼ ਨੂੰ ਗੇਨ ਕਰਦਾ, ਉਹਨੂੰ ਜਿਵੇਂ ਕਹਿ ਦਿੰਦੇ ਕਿ ਮੇਕਿੰਗ ਸਮਾਲ ਗੇਨ ਨਿਊ ਆਈਡੀਆ ਐਂਡ ਫਿਟ ਇਨਟੂ ਆਲਰੇਡੀ ਨੋ। ਜੋ ਉਹਨੇ ਦੇਖਿਆ ਹੁੰਦਾ ਪਹਿਲਾਂ, ਉਹਦੇ ਵਿੱਚ ਸਾਹਮਣੇ ਉਹਦੇ ਆਈਡੀਆ ਆਉਂਦੇ, ਸਾਹਮਣੇ ਉਹਦੀ ਜਿਹੜੀ ਇਨਫੋਰਮੇਸ਼ਨ ਹੁੰਦੀ ਉਹਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦਾ। ਕਿ ਪਹਿਲਾਂ ਉਹਨੇ ਘੋੜਾ ਦੇਖਿਆ ਸੀਗਾ, ਇਸ ਕਰਕੇ ਉਹਨੂੰ ਜੈਬਰੇ ਦੀ ਸ਼ੇਪ ਨੂੰ ਵੀ ਉਸੇ ਘੋੜੇ ਦੀ ਸ਼ੇਪ ਦੇ ਨਾਲ ਮੈਚ ਕਰਦਾ ਹੈ ਵੀ ਇਹ ਵੀ ਹਾਰਸ ਹੈ। ਉਹਨੂੰ ਆਪਾਂ ਬੋਲਦੇ ਸਿਮੀਲੇਸ਼ਨ, ਘੁਲ ਮਿਲ ਜਾਣਾ ਜਿਹਨੂੰ ਬੋਲਦੇ। ਜਿਹੜੀ ਕੰਮੋਡੇਸ਼ਨ ਹੁੰਦੀ ਆ, ਉਹਨੂੰ ਫਿੱਟ ਕਰਕੇ ਟਰਾਈ ਕਰਦਾ ਵੀ ਉਹਦੇ ਵਿੱਚ ਫਿੱਟ ਹੋਵੇ। ਜੇ ਉਹ ਫਿੱਟ ਨਹੀਂ ਹੁੰਦੀ ਫਿਰ ਉਹਨੂੰ ਰੀਸ਼ੇਪ ਕਰਦਾ ਹੈ ਅਤੇ ਫਿਰ ਉਹ ਆਰਗੇਨਾਈਜੇਸ਼ਨ ਵੱਲ ਆਉਂਦਾ ਆ। ਤਾਂ ਸਿਮੀਲੇਸ਼ਨ ਜਿਹੜਾ ਹੋਊਗਾ ਉਹ ਇਹਦੇ ਵਿੱਚ ਆਏਗਾ ਆਪਣੇ ਕੋਲ ਇਸ ਕੁਐਸਚਨ ਦੇ ਵਿੱਚ, ਆਪਸ਼ਨ ਨੰਬਰ ਬੀ। ਕੁਐਸਚਨ ਨੰਬਰ ਆਪਣੇ ਕੋਲ 23 ਕੀ ਹੈ, children acquire selective adaptable attention with the help of gain into two component of executive function which are। ਕਹਿੰਦਾ ਕੋਈ ਵੀ ਚਿਲਡਰਨ ਹੈ ਜਿਹੜਾ, ਕੋਈ ਬੱਚਾ ਆ, ਕਿਸੇ ਵੀ ਕਾਰਜਕਾਰੀ ਤਰੀਕੇ ਸਹੀ ਢੰਗ ਨਾਲ ਚੁਣਨ ਅਤੇ ਅਪਣਾਉਣ ਲਈ ਤਿਆਰ ਕਰਦੇ ਆ। ਅਤੇ ਇਹਦੀ ਆਪਸ਼ਨ ਆਪਣੇ ਕੋਲ ਆਏਗੀ ਸੀ ਇਨਹਿਬਿਸ਼ਨਸ ਹੁੰਦੀ ਹੈ, ਰੁਕਾਵਟ, ਅਤੇ ਜਿਹੜੀ ਹੈ ਅਟੈਂਸ਼ਨ ਦੀ ਅਕਵਾਇਰ ਕਰਨ ਦੀ ਜਿਹੜੀ ਸਟ੍ਰੈਟਜੀ ਆਊਗੀ ਇਹਦੇ ਵਿੱਚ। ਤਾਂ ਉਹ ਉਸ ਤਰੀਕੇ ਦੇ ਨਾਲ ਕਿਸੇ ਵੀ ਕੰਮ ਨੂੰ ਚੁਣਦਾ ਅਤੇ ਉਹਨੂੰ ਅਪਣਾਉਂਦਾ ਆ। ਕੁਐਸਚਨ ਨੰਬਰ 24 ਕੀ ਆਪਣੇ ਕੋਲ ਆ ਗਿਆ, ਇਫ ਏ ਚਾਈਲਡ ਇਜ਼ ਏਬਲ ਟੂ ਡਰਾ ਕਨਕਲੂਜਨ ਬਾਈ ਅਪਲਾਈਂਗ ਰੂਲਸ ਔਰ ਪ੍ਰਿੰਸੀਪਲ। ਰੂਲ ਅਤੇ ਪ੍ਰਿੰਸੀਪਲ ਅਪਲਾਈ ਕਰਦਾ ਹੈ ਲੌਜੀਕਲੀ ਮੂਵਿੰਗ ਫਰੋਮ ਏ ਜਨਰਲ ਰੂਲ ਟੂ ਪ੍ਰਿੰਸੀਪਲ ਔਰ ਟੂ ਸਪੈਸੀਫਿਕ ਸੋਲੂਸ਼ਨ। ਜਰਨਲ ਟੂ ਸਪੈਸੀਫਿਕ ਜਾਊਗਾ ਤਾਂ ਡਿਟੈਕਟਿਵ ਆਊਗਾ। ਡਿਟੈਕਟਿਵ ਰੀਜ਼ਨਿੰਗ ਅਪਲਾਈ ਕਰਦਾ। ਆਪਾਂ ਨੂੰ ਪਤਾ ਹੈ ਜੇ ਇੰਡਕਟਿਵ ਹੁੰਦੀ ਫਿਰ ਸਪੈਸੀਫਿਕ ਟੂ ਜਰਨਲ ਆਉਣਾ ਸੀ, ਬਟ ਉਹ ਜਰਨਲ ਕੰਡੀਸ਼ਨਾਂ ਤੋਂ ਇੱਕ ਸਪੈਸੀਫਿਕ ਕਨਕਲੂਜਨ 'ਤੇ ਪਹੁੰਚਦਾ ਹੈ ਜੋ ਆਪਾਂ ਨੂੰ ਜਰਨਲ ਕੰਡੀਸ਼ਨਾਂ ਦਿੱਤੀਆਂ ਹੁੰਦੀਆਂ ਨੇ। ਇਸ ਕਰਕੇ ਉਹ ਕੀ ਆ ਜੂਗੀ, ਡਿਟੈਕਟਿਵ ਰੀਜ਼ਨਿੰਗ ਆਏਗੀ। ਤਾਂ ਇਹਦਾ ਆਨਸਰ ਆਏਗਾ ਏ। ਕੁਐਸਚਨ ਨੰਬਰ 25। ਕੁਐਸਚਨ ਨੰਬਰ 25 ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕੋਲਬਰਗ ਸਟੇਜਸ ਆਫ ਮੋਰਲ ਡਿਵੈਲਪਮੈਂਟ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਪ੍ਰੀ ਕਨਵੈਨਸ਼ਨਲ ਮੋਰਲ ਸਟੇਜ, ਪੋਸਟ ਕਨਵੈਨਸ਼ਨਲ ਅਤੇ ਕਨਵੈਨਸ਼ਨਲ ਮੋਰਲ ਰੀਜ਼ਨਿੰਗ ਜਿਹੜੀ ਹੁੰਦੀ ਹੈ, ਇਹ ਤਿੰਨੇ ਕੋਲਬਰਗ ਦੀਆਂ ਸਟੇਜਸ ਆ। ਨਿਊ ਕਨਵੈਨਸ਼ਨਲ ਜਿਹੜੀ ਹੈ ਇਹਦਾ ਹਿੱਸਾ ਕਾਲਬਰਗ ਦਾ ਨਹੀਂ ਗਾ। ਕੁਐਸਚਨ ਨੰਬਰ 26 ਹੈ, ਸਪੈਸ਼ਲ ਇਕਵਿਪਮੈਂਟ, ਸਪੈਸ਼ਲ ਮਟੀਰੀਅਲ ਜਾਂ ਇਕਵਿਪਮੈਂਟ ਐਂਡ ਸਟ੍ਰੈਟਜੀ ਦੈਟ ਸਪੈਸੀਫਿਕਲੀ ਹੈਲਪ ਦਾ ਸਟੂਡੈਂਟ ਵਿਦ ਲੋ ਵਿਜ਼ਨ ਆ। ਲੋ ਵਿਜ਼ਨ ਹੈ, ਬਿਲਕੁਲ ਵਿਜ਼ਨ ਵਾਲੇ ਨਹੀਂ, ਜਿਨ੍ਹਾਂ ਦੀ ਬੁੱਲੀ ਵਿਜ਼ਨ ਥੋੜ੍ਹੀ ਜਿਹੀ ਲੋ ਆ। ਤਾਂ ਆਪਣੇ ਕੋਲ 4 ਆਪਸ਼ਨਸ ਨੇ, ਕਿਹੜੇ ਆਪਾਂ ਯੂਜ਼ ਕਰਦੇ ਕਲਾਸਰੂਮ ਦੇ ਵਿੱਚ। ਲਾਰਜ ਪ੍ਰਿੰਟਡ ਟਾਈਪਰਾਈਟਰ, ਇੱਕ ਤਾਂ ਆਪਣੇ ਕੋਲ ਇਹ ਆਪਸ਼ਨ ਆ ਜਾਏਗੀ ਕਿ ਆਪਾਂ ਵੱਡੇ ਅੱਖਰਾਂ ਵਾਲਾ ਕੋਈ ਵੀ ਹੈ ਕਲਾਸ ਦੇ ਵਿੱਚ ਆਪਾਂ ਬੋਰਡ ਵੀ ਯੂਜ਼ ਕਰਾਂਗੇ। ਤਾਂ ਉਹਦੇ ਵਿੱਚ ਅਕੋਰਡਿੰਗ ਆਪਾਂ ਕੋਸ਼ਿਸ਼ ਕਰਾਂਗੇ ਜਿਹੜੇ ਲੋ ਵਿਜ਼ਨ ਵਾਲੇ ਬੱਚੇ ਆ ਉਹਨਾਂ ਨੂੰ ਦੇਖਣ ਦੇ ਵਿੱਚ ਨਾ ਪ੍ਰੋਬਲਮ ਆਵੇ। ਜਿਹੜੀਆਂ ਬਾਕੀ ਵਾਲੀਆਂ ਕੰਡੀਸ਼ਨਸ ਆ, ਇਹ ਜਿਹੜਾ ਮਟੀਰੀਅਲ ਜਾਂ ਇਹ ਇਕਵਿਪਮੈਂਟ ਆ, ਇਹ ਉਹਨਾਂ ਬੱਚਿਆਂ ਵਾਸਤੇ ਜਿਹਨਾਂ ਨੂੰ ਬਿਲਕੁਲ ਦਿਖਦਾ ਹੀ ਨਹੀਂ, ਬਟ ਆਪਾਂ ਲੋ ਵਿਜ਼ਨ ਨੂੰ ਲੈ ਕੇ ਚੱਲਣਾ ਹੈ। ਠੀਕ ਹੈ, ਉਮੀਦ ਕਰਦਾ ਤੁਹਾਨੂੰ ਇਹ ਕੁਐਸਚਨ ਸਮਝ ਲੱਗ ਗਿਆ ਹੋਊਗਾ। ਕੁਐਸਚਨ ਨੰਬਰ 27, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਡਾਇਰੈਕਟਲੀ ਐਸੋਸੀਏਟਡ ਵਿਦ ਦੀ ਪਾਲਿਸੀ ਫਾਰ ਇਨਕਲੂਜਨ। ਜਿਹੜੀ ਇਨਕਲੂਜਨ ਐਜੂਕੇਸ਼ਨ ਆ ਉਹਦੇ ਵਿੱਚ ਕਿਹੜੀਆਂ ਜਿਹੜੀ 4 ਪਾਲਿਸੀਆਂ ਦਿੱਤੀਆਂ ਹੋਈਆਂ, ਕਿਹੜੀ ਨਹੀਂ ਹੈ। ਤਾਂ ਇਹ ਬਿਲਕੁਲ ਕਲੀਅਰ ਗੱਲ ਹੈ ਕਿ ਜਿਹੜੀ ਕਿਓਟੋ ਪ੍ਰੋਟੋਕਾਲ ਹੈਗੀ ਆ, ਇਹ ਕੀ ਸੀਗੀ, ਇੱਕ ਰਿਲੇਟਡ ਟੂ ਦਾ ਪੋਲੂਸ਼ਨ ਦੇ ਨਾਲ ਰਿਲੇਟਡ ਸੀਗੀ, ਉਹਦੇ ਨਾਲ ਹੋਈ ਸੀ ਇਹ ਜਿਹੜੀ ਪ੍ਰੋਟੋਕੋਲਸ ਹੈਗੇ ਆ। ਇਹਨਾਂ ਦਾ ਐਜੂਕੇਸ਼ਨ ਦੇ ਨਾਲ ਕੋਈ ਲੈਣਾ ਦੇਣਾ, ਤਾਂ ਬੀ ਆਪਸ਼ਨ ਆਏਗੀ। ਬਾਕੀ ਜਿਹੜੀਆਂ ਹੈਗੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਕਿਸੇ ਨਾ ਕਿਸੇ ਐਕਸ਼ਨ ਜਿਹੜੇ ਹੁੰਦੇ ਰਹਿੰਦੇ ਆ,
ਪ੍ਰੋਗਰਾਮ ਆਫ ਐਕਸ਼ਨਸ ਹੁੰਦੇ ਆ ਉਹਨਾਂ ਦੇ ਵਿੱਚ ਇਹ ਬਣੇ ਸੀਗੇ। ਇਨਕਲੂਜਨ ਐਜੂਕੇਸ਼ਨ ਦੀ ਹਰੇਕ ਪਾਲਿਸੀ ਦੇ ਵਿੱਚ, ਹਰੇਕ ਐਕਸ਼ਨ ਦੇ ਵਿੱਚ ਗੱਲ ਹੋਈ ਆ। ਤੇ ਇਹਦੇ ਵਿੱਚੋਂ ਆਪਾਂ ਐਲੀਮੀਨੇਟ ਕਰਾਂਗੇ ਜਿਹੜੀ ਬੀ ਆਪਸ਼ਨ ਹੈ ਉਹ ਹੀ ਸਹੀ ਹੈ। ਕੁਐਸਚਨ ਨੰਬਰ 27 ਹੋ ਗਿਆ ਆਪਣੇ ਕੋਲੇ। 28 ਕੀ ਹੈ? ਏ ਡੈਸ਼ ਇਜ਼ ਇਨਬੋਰਨ ਆਟੋਮੈਟਿਕ ਰਿਸਪੌਂਸ ਟੂ ਪਾਰਟੀਕੂਲਰ ਫਾਰਮ ਆਫ ਸਟਿਮੂਲੇਸ਼ਨ। ਕਹਿੰਦਾ ਇੱਕ ਜਨਮਜਾਤ ਤੇ ਆਪਣੇ ਆਪ ਜਵਾਬ ਦੇਣ ਵਾਲੀ ਇੱਕ ਖਾਸ ਉਤੇਜਨਾ ਦੀ ਅਵਸਥਾ। ਤਾਂ ਸਟਿਮੂਲੇਸ਼ਨ ਕੀ ਕਰਦਾ ਹੈ? ਰੀਸਾਈਲੈਂਸ ਵਰਡ ਦਾ ਮਤਲਬ ਹੋਰ ਹੁੰਦਾ ਹੁੰਦਾ ਵੀ ਕਿਸੇ ਵੀ ਆਪਾਂ ਕਹਿ ਲਈਏ ਕਿ ਨਾ ਕਿਸੇ ਗੱਲ ਨੂੰ ਆਪਾਂ ਰਿਕਵਰ ਕਰਨਾ ਕੁਇਕਲੀ ਫਰੋਮ ਕੋਈ ਡਿਫੀਕਲਟੀ ਆਏ ਤਾਂ ਆਪਾਂ ਉਸ ਜਲਦੀ ਰੀਸਾਈਲੈਂਸ ਹੁੰਦੇ ਜਲਦੀ ਆਪਾਂ ਰਿਕਵਰ ਕਰਦੇ ਹਾਂ। ਠੀਕ ਹੈ। ਜਿਹੜੀ ਰਿਫਲੈਕਸ ਹੁੰਦੀ ਹੈ ਨਾ, ਇਹ ਹੁੰਦੀ ਹੈ ਇੱਕ ਫਿਜ਼ੀਕਲ ਰਿਐਕਸ਼ਨ ਆ। ਜਿਵੇਂ ਆਪਣੇ ਕੋਈ ਚੁੰਡੀ ਵੜਦਾ ਜਾਂ ਕੋਈ ਆਪਣੇ ਕੋਈ ਛੋਟਾ ਜਿਹਾ ਕੋਈ ਪਿੰਨ ਚੁੱਭਦੀ ਆਪਣੇ ਹੈ ਨਾ ਬੋਡੀ ਦੇ, ਆਪਾਂ ਫੜਦੇ ਰਿਐਕਟ ਕਰਦੇ ਹਾਂ ਨਾ, ਤਾਂ ਉਹਨੂੰ ਆਪਾਂ ਬੋਲਦੇ ਹਾਂ ਰਿਫਲੈਕਸ। ਤਾਂ ਇਨਬੋਰਨ ਦੇ ਵਿੱਚ ਬੱਚੇ ਦੇ ਵਿੱਚ ਵੀ ਹੁੰਦੀ ਹੈ। ਤਾਂ ਇਹਦੀ ਆਪਸ਼ਨ ਕੀ ਆਏਗੀ? ਸੇ ਕੰਡੀਸ਼ਨਿੰਗ ਤਾਂ ਹੋਰ ਹੁੰਦੀ ਹੈ ਨਾ, ਪ੍ਰੋਪਰ ਉਹਨੂੰ ਇਨਵਾਇਰਮੈਂਟ ਦੇ ਕੇ ਆਪਾਂ ਕੰਟਰੋਲ ਡੈਫੀਸ਼ੀਐਂਸੀ ਅਲੱਗ ਚੀਜ਼ ਹੈ। ਤਾਂ ਇਹਦਾ ਆਨਸਰ ਕੀ ਆਏਗਾ? ਸੀ ਆਪਣੇ ਕੋਲੇ 28th ਕੁਐਸਚਨ ਦਾ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 29th। In dash conditioning, infant act or operate on environment and stimuli that follow their behavior change the probability that the behavior will occur again। ਤਾਂ ਇਹ ਸਾਰੀ ਦੀ ਸਾਰੀ ਡੈਫੀਨੇਸ਼ਨ ਹੀ ਓਪਰੈਂਡ ਕੰਡੀਸ਼ਨ ਦੀ ਹੈਗੀ। ਜਦੋਂ ਓਪਰੈਂਡ ਕੰਡੀਸ਼ਨ ਆਪਾਂ ਪੜ੍ਹਦੇ ਹਾਂ ਤਾਂ ਉਹ ਇਸ ਤਰ੍ਹਾਂ ਹੀ ਹੁੰਦਾ ਕਿ ਆਪਾਂ ਉਹਨੂੰ ਸਟਿਮੂਲੇਟ ਇਸ ਤਰੀਕੇ ਦੇ ਨਾਲ ਕਰਾਂਗੇ ਕਿ ਉਹ ਵਾਰ-ਵਾਰ ਸੇਮ ਤਰ੍ਹਾਂ ਦਾ ਰਿਸਪੌਂਸ ਦੇ ਕੇ ਉਹ ਕਿਸੇ ਪ੍ਰੋਪਰ ਪਾਰਟੀਕੂਲਰ ਰਿਸਪੌਂਸ ਦੇਵੇ ਔਰ ਉਹਦਾ ਬਿਹੇਵੀਅਰ ਦੇ ਵਿੱਚ ਚੇਂਜ ਆਵੇ। ਤਾਂ ਕੁਐਸਚਨ ਨੰਬਰ 29 ਦਾ ਕੀ ਆ ਜਾਏਗਾ? ਇਹ ਆਪਸ਼ਨ ਆ ਜਾਏਗੀ। ਨੈਕਸਟ ਕੁਐਸਚਨ ਆਪਣੇ ਕੋਲੇ ਕੀ ਹੈ? 30 ਕੁਐਸਚਨ। ਵਿਚ ਆਫ ਦਾ ਫੋਲੋਇੰਗ ਆਰ ਟੂ ਮੇਜਰ ਫੀਚਰਸ ਆਫ ਪਿਆਗੇਜ਼ ਫਾਰਮਲ ਆਪਰੇਸ਼ਨ ਸਟੇਜ ਆਫ ਕੋਗਨੀਟਿਵ ਥਿਊਰੀ। ਤਾਂ ਆਪਾਂ ਨੂੰ ਪਤਾ ਜਿਹੜੀ ਆਪਣੇ ਕੋਲ ਪਿਆਜੇ ਦੀਆਂ ਥਿਊਰੀਆਂ ਦਿੱਤੀਆਂ ਹੋਈਆਂ ਉਹਦੇ ਵਿੱਚ ਆਪਣੇ ਕੋਲ ਜਿਹੜੀਆਂ ਅਲੱਗ-ਅਲੱਗ ਸਟੇਜਸ ਹੁੰਦੀਆਂ ਨੇ। ਠੀਕ ਹੈ। 4 ਸਟੇਜਾਂ ਦਿੱਤੀਆਂ ਹੋਈਆਂ ਸੀਗੀਆਂ। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਆ? ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਐਲੀਮੀਨੇਟ ਕਰਾਂਗੇ ਕਿਉਂਕਿ ਇਹਦੇ ਵਿੱਚ ਸਾਰੀਆਂ ਟਰਮ ਦਿੱਤੀਆਂ ਹੋਈਆਂ। ਤਾਂ ਫਾਰਮਲ ਸਟੇਜ ਦੇ ਵਿੱਚ ਆਪਾਂ ਨੂੰ ਇਹ ਪਤਾ ਹੈ ਵੀ ਉਹ ਕੰਕਰੀਟ ਤੋਂ ਵੀ ਅੱਗੇ ਚਲੇ ਜਾਂਦਾ। ਮਤਲਬ ਇਹ ਹੈ ਵੀ ਉਹ ਬੱਚਾ ਜਿਹੜੀ ਵੀ ਉਹ ਆਸੇ-ਪਾਸੇ ਦੇਖਦਾ ਉਹਨੂੰ ਹੁਣ ਰੀਜ਼ਨਿੰਗ ਦੇ ਨਾਲ ਚੈੱਕ ਕਰੂਗਾ, ਉਸ ਗੱਲ ਨੂੰ ਨਹੀਂ ਮੰਨਦਾ। ਤਾਂ ਹਾਈਪੋਥੈਟੀਕਲੀ ਤਾਂ ਉਹ ਡਿਟੈਕਟਿਵ ਰੀਜ਼ਨਿੰਗ ਤਾਂ ਆਊਗਾ ਹੀ ਆਊਗਾ। ਫਾਰਮਲ ਅਖੀਰਲੀ ਸਟੇਜ ਹੁੰਦੀ ਹੈ। ਤਾਂ ਇਹ ਇੱਕ ਗੱਲ ਮੰਨ ਲਓ ਕਿ ਹਾਈਪੋਥੈਟੀਕਲੀ ਕੀ ਹੈ, ਉਹ ਸਿਰਫ ਹੁਣ ਬੱਚਾ ਕੰਕਰੀਟ 'ਤੇ ਡਿਪੈਂਡ ਨਹੀਂ ਕਰਦਾ। ਹੁਣ ਆਪਦੇ ਕੋਲੋਂ ਵੀ ਦੇਖੇਗਾ, ਉਹਦਾ ਰੀਜ਼ਨਿੰਗ ਲਾ ਕੇ ਦੇਖੇਗਾ ਕੋਈ ਜਿਹੜਾ ਕੰਮ ਹੋ ਰਿਹਾ ਜਾਂ ਕੋਈ ਲਰਨਿੰਗ ਹੋ ਰਹੀ ਜਾਂ ਕੋਈ ਆਈਡੀਆਜ਼ ਉਹਦੇ ਦਿਮਾਗ ਦੇ ਵਿੱਚ ਆਉਂਦੇ ਤਾਂ ਆਪਦੇ ਕੋਲੋਂ ਵੀ ਦੇਖਦਾ ਹਾਈਪੋਥੈਟੀਕਲੀ ਵੀ। ਅਤੇ ਪ੍ਰੋਪੋਜੀਸ਼ਨਲ ਥੋਟਸ ਕੀ ਹੁੰਦੇ ਆ? ਕਿਸੇ ਸਟੇਟਮੈਂਟ ਨੂੰ ਲੌਜੀਕਲੀ ਵੇਖਣਾ ਵੀ ਲੌਜੀਕਲੀ ਉਹ ਸਟੇਟਮੈਂਟ ਬਣਦੀ ਹੈ ਵੀ ਕਿ ਨਹੀਂ। ਤਾਂ ਇਹ ਦੋਨੇ ਕੰਮ ਬੱਚਾ ਫਾਰਮਲ ਸਟੇਜ ਦੇ ਵਿੱਚ ਹੀ ਕਰਦਾ ਆ, ਪਹਿਲਾਂ ਨਹੀਂ ਕਰਦਾ ਗਾ। ਤਾਂ ਇਹਦੀ ਆਪਸ਼ਨ ਆਏਗੀ ਏ। ਤਾਂ ਸਪੇਸ਼ੀਅਲ ਰੀਜ਼ਨਿੰਗ ਜਿਹੜੀ ਹੁੰਦੀ ਆ ਇਹ ਹੋਰ ਚੀਜ਼ ਹੁੰਦੀ, ਮਿਡਲ ਚਾਈਲਡਹੁੱਡ ਦੇ ਵਿੱਚ ਹੁੰਦੀ ਹੈ, ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਐਬਿਲਿਟੀ ਹੁੰਦੀ ਆ। ਤਾਂ ਸੀਰੈਂਸ਼ੀਅਲਸ ਹੁੰਦਾ, ਅਰੇਂਜਮੈਂਟ ਹੁੰਦਾ, ਆਬਜੈਕਟਸ ਦਾ ਸਾਈਜ਼ ਦਾ, ਇਹ ਸਭ ਛੋਟੀਆਂ ਕਲਾਸਾਂ ਦੇ ਵਿੱਚ ਆਉਂਦਾ। ਬਟ ਇਹਦੇ ਵਿੱਚ ਕੀ ਹੈ, ਦੋਨੇ ਜਿਹੜੇ ਮੇਨ ਹੁੰਦੇ ਹਾਈਪੋਥੈਟਿਕ ਡਿਟੈਕਟਿਵ ਅਤੇ ਪ੍ਰੋਪੋਜੀਸ਼ਨਲ ਥੋਟਸ। ਇਹ ਜਿਹੜੀ ਆਪਸ਼ਨ ਦੀਆਂ ਇਹ ਤੁਹਾਡੇ 30 ਕੁਐਸਚਨ ਦਾ ਆਨਸਰ ਆ ਜਾਏਗਾ ਫਾਰਮਲ ਆਪਰੇਸ਼ਨ ਦੇ ਵਿੱਚ। ਤਾਂ ਇਹਦੇ ਨਾਲ ਤੁਹਾਡਾ ਇਹ ਕੁਐਸਚਨ ਪੇਪਰ ਹੈ ਜਿਹੜਾ ਹੈਗਾ ਆਪਣੇ ਕੋਲ, ਇਹ ਕੁਐਸਚਨ ਪੇਪਰ 2016 ਦਾ ਉਹਦੇ 30 ਕੁਐਸਚਨ ਹੈਗੇ ਆਪਣੇ ਕੋਲ ਕੰਪਲੀਟ ਹੋ ਗਏ। ਤਾਂ ਇਹ ਗੱਲ ਮੰਨਣੀ ਪਵੇਗੀ ਕਿ ਇਸ ਪੇਪਰ ਦੇ ਵਿੱਚ ਕੁਐਸਚਨ ਜਾਂ ਦੀਆਂ ਸਟੇਟਮੈਂਟਸ ਬਹੁਤ ਲੈਂਥੀ ਸੀਗੀਆਂ, ਬਹੁਤ ਡੀਪਲੀ ਕੁਐਸਚਨ ਪੇਪਰ ਪਾਇਆ ਗਿਆ ਸੀਗਾ ਚਾਈਲਡ ਅਤੇ ਪੈਟਾਗੋਗੀ ਦੇ ਵਿੱਚ। ਤਾਂ ਇਹੋ ਜਿਹੇ ਪੇਪਰ ਨੂੰ ਸੋਲਵ ਕਰਨ ਵਾਸਤੇ ਤੁਹਾਨੂੰ ਡੀਪਲੀ ਹੀ ਜਿਹੜੀ ਨੌਲੇਜ ਹੋਣੀ ਚਾਹੀਦੀ ਹੈ। ਤਾਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਇਸ ਚੈਨਲ ਨੂੰ ਜ਼ਰੂਰ ਕਰਿਓ। ਤਾਂ ਅੱਜ ਲਈ ਬਸ ਇੰਨਾ ਹੀ। ਧੰਨਵਾਦ।